Hello students, today we are going to start the unit 13, that is reading reviews, and the name of the chapter is Lost and Found, Benegal's Boss. It is written by Mihir Bose. Many years ago, just as Richard Attenborough was making his film Gandhi, Satyajit Ray spoke at National Film Theatre at London South Bank. So here the Mihir Bose is referring to many years ago. There was a film director, Richard Attenborough. He was making a film on Gandhi, and there Satyajit Ray was also present at London South Bank, and he spoke at the National Film Theatre. Who is Satyajit Ray? Ray is Bengal's very famous film director. And Richard Attenborough is a very famous film director in England. So he was making a film on Gandhi, and Satyajit Ray was speaking at the National Film Theatre at the London South Bank. He was asked whether he had ever considered making a film about Gandhi. When Satyajit Ray was there and he was speaking there, then one person asked him कि कदे तुसी सोचा कि तुसी भी गांधी ते फिल्म बनाओ. He neatly ducked the question. He neatly ducked the question means उन्हें इस क्वेश्चन ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ. ਡਕ ਕਰਨਾ ਹੁੰਦਾ ਵੈਸੇ lower your head, ਸਿਰ ਝੁਕਾ ਲੈਣਾ. The impression created that he did not want to handle such an explosive subject. ਜਦੋਂ ਉਹਨਾਂ ਨੇ ਸਿਰ ਨੀਵਾ ਕਰ ਲਿਆ ਤਾਂ ਉਹਦੇ ਤੋਂ ਇਹੀ ਇੰਪ੍ਰੈਸ਼ਨ ਉਹਨਾਂ ਦਾ ਸਾਹਮਣੇ ਆਇਆ ਸਤਿਆਜੀਤ ਰੇ ਦਾ ਕਿ ਉਹ ਇੰਨਾ ਇਸ ਤਰ੍ਹਾਂ ਦਾ ਸਬਜੈਕਟ ਜਿਹੜਾ ਕਿ ਐਕਸਪਲੋਸਿਵ ਸਬਜੈਕਟ ਹੋ ਸਕਦਾ ਆ ਉਹਨੂੰ ਹੈਂਡਲ ਨਹੀਂ ਕਰਨਾ ਚਾਹੁੰਦੇ ਸੀ. ਐਕਸਪਲੋਸਿਵ ਮੀਨਸ ਜਿਹੜੀ ਚੀਜ਼ ਕੋਈ ਧਮਾਕਾ ਕਰ ਸਕਦੀ ਹੈ. ਜਿਸ ਤਰ੍ਹਾਂ ਅਸੀਂ ਕਿਸੇ ਵੀ ਹਿਸਟਰੀ ਦੇ ਵਿੱਚੋਂ ਕਿਸੇ 'ਤੇ ਵੀ ਫਿਲਮ ਬਣਾਉਂਦੇ ਹਾਂ. ਫੋਰ ਐਗਜ਼ਾਮਪਲ ਪਦਮਾਵਤ ਫਿਲਮ ਬਣੀ ਸੀ ਮਹਾਰਾਣੀ ਪਦਮਾਵਤੀ ਦੇ ਉੱਤੇ. ਸੋ ਉਸ ਤੋਂ ਬਾਅਦ ਜਿਹੜੇ ਲੋਕ ਹੈ ਕਈ ਵਾਰ ਉਹਨਾਂ ਨੂੰ ਹਿਸਟਰੀ ਜਦੋਂ ਦਿਖਾਈ ਜਾਂਦੀ ਫਿਲਮ 'ਚ ਅੱਛੀ ਨਹੀਂ ਲੱਗਦੀ ਤਾਂ ਉਹ ਬਹੁਤ ਜ਼ਿਆਦਾ ਉਸ 'ਤੇ ਹੰਗਾਮਾ ਕਰਦੇ ਆ. ਇਸ ਲਈ ਇਹਨੂੰ ਐਕਸਪਲੋਸਿਵ ਸਬਜੈਕਟ ਕਿਹਾ ਗਿਆ ਆ ਜਿਹਦੇ 'ਤੇ ਬਹੁਤ ਜ਼ਿਆਦਾ ਹੰਗਾਮਾ ਹੋ ਸਕਦਾ ਹੈ. ਇਟ ਹੈਜ਼ ਆਲਸੋ ਆਲਵੇਜ਼ ਇੰਟਰੀਗਡ ਮੀ ਦੈਟ ਦ ਇੰਡੀਆਜ਼ ਗ੍ਰੇਟੈਸਟ ਫਿਲਮ ਡਾਇਰੈਕਟਰ ਡਿਡ ਨੋਟ ਵਾਂਟ ਟੂ ਮੇਕ ਅ ਫਿਲਮ ਅਬਾਊਟ ਇੰਡੀਆਜ਼ ਗ੍ਰੇਟੈਸਟ ਸਨ. ਅਤੇ ਕਹਿੰਦੇ ਮੈਨੂੰ ਵੀ ਇਹ ਚੀਜ਼ ਦੀ ਬੜੀ ਇੰਟਰੀਗ ਹੋਣਾ ਹੁੰਦਾ ਹੈ, ਕਿਊਰੀਓਸਿਟੀ ਹੋਣੀ, ਉਤਸੁਕਤਾ ਸੀ, ਮੈਨੂੰ ਵੀ ਹੈਰਾਨੀ ਸੀ ਕਿ ਇੰਡੀਆ ਦਾ ਇੰਨਾ ਵੱਡਾ ਫਿਲਮ ਡਾਇਰੈਕਟਰ ਅਤੇ ਉਹ ਇੰਡੀਆ ਦੇ ਜਿਹਨੂੰ ਆਪਾਂ ਕਹਿੰਦੇ ਹਾਂ ਮਹਾਤਮਾ ਗਾਂਧੀ ਜੀ ਨੂੰ ਆਪਾਂ ਕਹਿੰਦੇ ਹਾਂ the father of the nation. ਸੋ ਉਹਨਾਂ ਇੰਡੀਆਜ਼ ਗ੍ਰੇਟੈਸਟ ਸਨ ਮਹਾਨ ਬੇਟਾ ਹੈ ਇੰਡੀਆ ਦਾ ਉਹਦੇ 'ਤੇ ਫਿਲਮ ਨਹੀਂ ਬਣਾਉਣਾ ਚਾਹੁੰਦੇ. ਇਟ ਸਜੈਸਟਡ ਦੈਟ ਇੰਡੀਅਨ ਫਿਲਮ ਮੇਕਰਸ ਹਾਊ ਐਵਰ ਐਮੀਨੈਂਟ ਮੀਨਸ ਵੈਰੀ ਫੇਮਸ, ਕਿੰਨੇ ਮਰਜ਼ੀ ਫੇਮਸ ਕਿਉਂ ਨਹੀਂ ਹੁੰਦੇ. ਫੈਲ ਸਚ ਸਬਜੈਕਟਸ ਵਰ ਟੂ ਫਾਰ ਟੂ controversial to tackle means to handle. ਕੰਟਰੋਵਰਸ਼ੀਅਲ ਮਤਲਬ ਜਿਹਦੇ 'ਤੇ ਬਹੁਤ ਜ਼ਿਆਦਾ ਕੰਟਰੋਵਰਸੀਜ਼ ਹੁੰਦੀਆਂ, ਫਿਰ ਲੋਕ ਫਿਲਮ ਬਾਈਕਾਟ ਕਰਨ ਦੀ ਗੱਲ ਕਰਦੇ ਆ. ਸੋ ਕਹਿੰਦੇ ਕਿ ਇਹਦੇ ਤੋਂ ਇਹੀ ਪਤਾ ਚੱਲਦਾ ਆ ਕਿ ਇੰਡੀਅਨ ਫਿਲਮ ਮੇਕਰਸ ਚਾਹੇ ਕਿੰਨੇ ਵੀ ਐਮੀਨੈਂਟ ਫੇਮਸ ਕਿਉਂ ਨਾ ਹੋਣ, ਇੱਦਾਂ ਦੇ ਸਬਜੈਕਟ ਜਿਹਦੇ 'ਤੇ ਕੰਟਰੋਵਰਸੀ ਹੋ ਸਕਦੀ ਹੈ ਉਹਨੂੰ ਟੈਕਲ ਕਰਨਾ ਪਸੰਦ ਨਹੀਂ ਕਰਦੇ ਆ. So in this paragraph the writer is just talking about the ਕਿ ਇਸ ਕਿਸ ਤਰ੍ਹਾਂ ਜਿਹੜੇ ਕੰਟਰੋਵਰਸ਼ੀਅਲ ਸਬਜੈਕਟਸ ਹੈ ਉਹਦੇ 'ਤੇ ਇੰਡੀਅਨ ਫਿਲਮ ਡਾਇਰੈਕਟਰਸ ਫਿਲਮ ਨਹੀਂ ਬਣਾਉਣਾ ਚਾਹੁੰਦੇ ਆ. ਔਰ ਇਹ ਫੇਮਸ ਫੋਰਨ ਦੇ ਜਿਹੜੇ ਫਿਲਮ ਡਾਇਰੈਕਟਰ ਆ ਲਾਈਕ ਰਿਚਰਡ ਐਟਨਬੋਰੋ ਉਹ ਗਾਂਧੀ ਵਰਗੀਆਂ ਫਿਲਮਸ ਜਿਹੜੀਆਂ ਆ ਉਹ ਬਣਾ ਰਹੇ ਆ. This is where Shyam Benegal break new ground and deserves to be congratulated. So ਇਹ ਜਿਹੜੀ ਆ ਇੱਥੇ ਸੋ ਕਿਹੜੇ ਫਿਲਮ ਡਾਇਰੈਕਟਰ ਦੀ ਗੱਲ ਹੋ ਰਹੀ ਹੈ? ਸ਼ਾਮ ਬੈਨੇਗਲ ਦੀ ਗੱਲ ਹੋ ਰਹੀ ਹੈ. ਬ੍ਰੇਕਸ ਅ ਨਿਊ ਗਰਾਊਂਡ ਮੀਨਸ ਉਹਨਾਂ ਨੇ ਕੁਛ ਡਿਫਰੈਂਟ ਕੀਤਾ, ਟੂ ਡੂ ਸਮਥਿੰਗ ਡਿਫਰੈਂਟ, ਕੁਛ ਹਟ ਕੇ ਕਰਨਾ ਉਹਨੂੰ ਕਹਿੰਦੇ ਆ ਬ੍ਰੇਕਸ ਨਿਊ ਗਰਾਊਂਡ. ਐਂਡ ਡਿਜ਼ਰਵਸ ਟੂ ਬੀ ਕੰਗਰੈਚੂਲੇਟਿਡ, ਅਤੇ ਇਸ ਲਈ ਉਹਨਾਂ ਨੂੰ ਇਹ ਵਧਾਈ ਦੇ ਪਾਤਰ ਹੈਗੇ ਆ ਫॉर ਬਿਕਮਿੰਗ ਦ ਫਰਸਟ ਇੰਡੀਅਨ ਫਿਲਮ ਡਾਇਰੈਕਟਰ. ਉਹ ਇੰਡੀਆ ਦੇ ਪਹਿਲੇ ਫਿਲਮ ਡਾਇਰੈਕਟਰ ਸੀਗੇ ਟੂ ਹੈਵ ਦ ਕਰੇਜ to make a film
ਅਬਾਊਟ ਅ ਮੇਜਰ ਇੰਡੀਅਨ ਪੋਲੀਟੀਕਲ ਫਿਗਰ। ਅਤੇ ਕਿਉਂਕਿ ਉਹਨਾਂ ਨੇ ਇੰਡੀਆ ਦੇ ਬਹੁਤ ਵੱਡੇ ਮੇਜਰ ਪੋਲੀਟੀਕਲ ਫਿਗਰ ਸੀਗੇ ਜਿਹੜੇ ਰਾਜਨੀਤੀ ਨਾਲ ਜੁੜੇ ਹੋਏ ਸੀਗੇ, ਕਾਫੀ ਫੇਮਸ ਹੈਗੇ ਆ, ਉਹਨਾਂ ਦੇ ਬਾਰੇ ਫਿਲਮ ਬਣਾਈ। ਕਿਹਨੇ ਫਿਲਮ ਬਣਾਈ? ਸ਼ਾਮ ਬੈਨੇਗਲ ਨੇ। ਔਰ ਉਹ ਇੰਡੀਆ ਦੇ ਪਹਿਲੇ ਫਿਲਮ ਡਾਇਰੈਕਟਰ ਬਣੇ ਸੀ ਜਿਨ੍ਹਾਂ ਨੇ ਰਾਜਨੀਤੀ ਵਿੱਚੋਂ ਕਿਸੇ 'ਤੇ ਫਿਲਮ ਬਣਾਈ ਸੀ, ਔਰ ਉਹਨਾਂ ਨੇ ਬ੍ਰੇਕਸ ਨਿਊ ਗਰਾਊਂਡ ਮੀਨਸ ਕੁਛ ਡਿਫਰੈਂਟ ਕੀਤਾ। ਵਾਟ ਐਵਰ ਐਲਸ ਬੈਨੇਗਲ's ਬੌਸ ਫਿਲਮ ਅਚੀਵਸ, it has made India's mainstream cinema part of a world culture where it is not forbidden to show political life on big screen. ਸੋ ਉਹਨਾਂ ਨੇ ਕਿਹੜੀ ਫਿਲਮ ਬਣਾਈ ਬੈਨੇਗਲ ਨੇ? ਬੌਸ ਫਿਲਮ। ਬੌਸ ਕੌਣ, ਕਿਹਦੀ ਇੱਥੇ ਗੱਲ ਹੋ ਰਹੀ ਹੈ? ਸੁਭਾਸ਼ ਚੰਦਰ ਬੋਸ ਦੀ ਗੱਲ ਹੋ ਰਹੀ ਹੈ। ਵੀ ਨੋ ਦੈਟ ਸੁਭਾਸ਼ ਚੰਦਰ ਬੋਸ ਵੀ ਜਿਹੜੇ ਸੀ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਪਹਿਲਾਂ ਜੁੜੇ ਸੀ, ਫਿਰ ਉਹਨਾਂ ਨੇ ਅਲੱਗ ਤੋਂ ਆਪਣੀ ਇੰਡੀਅਨ ਨੈਸ਼ਨਲ ਜਿਹੜੀ ਆਰਮੀ ਆ ਉਹ ਬਣਾਈ ਸੀ। ਸੋ ਉਹਨਾਂ ਦੇ ਉੱਤੇ ਉਹਨਾਂ ਨੇ ਫਿਲਮ ਬਣਾਈ। ਉਹਨਾਂ ਦੀ ਕਹਿੰਦੇ ਫਿਲਮ ਨੇ ਕੁਛ ਵੀ ਚਾਹੇ ਅਚੀਵ ਕੀਤਾ ਹੋਵੇ, ਹੋਰ ਚਾਹੇ ਜੋ ਵੀ ਅਚੀਵ ਕੀਤਾ ਹੋਵੇ, ਬਟ ਇਟ ਹੈਜ਼ ਮੇਡ ਇੰਡੀਆਜ਼ ਮੇਨ ਸਟਰੀਮ ਸਿਨੇਮਾ, ਜੋ ਇੰਡੀਆ ਦਾ ਮੇਨ ਸਟਰੀਮ ਸਿਨੇਮਾ ਇੱਥੇ ਕਿਹਨੂੰ ਕਿਹਾ ਗਿਆ ਹੈ? ਟਰਡੀਸ਼ਨਲ ਸਿਨੇਮਾ ਨੂੰ ਕਿਹਾ ਗਿਆ ਕਿ ਜਿਹੜਾ ਇੱਕ ਸਿਨੇਮਾ ਚੱਲਿਆ ਆ ਰਿਹਾ ਸੀ ਕਾਫੀ ਦੇਰ ਤੋਂ, ਉਹਨੂੰ ਵਰਲਡ ਕਲਚਰ ਦਾ ਹਿੱਸਾ ਬਣਾ ਦਿੱਤਾ, ਜਿੱਥੇ ਉਹਨਾਂ ਨੇ ਪੋਲੀਟੀਕਲ ਲਾਈਫ ਨੂੰ ਵੀ ਵੱਡੀ ਸਕਰੀਨ 'ਤੇ ਦਿਖਾਉਣ ਤੋਂ ਆਪਣੇ ਆਪ ਨੂੰ ਰੋਕਿਆ ਨਹੀਂ ਹੈ। ਫੋਰਬਿਡਨ ਕਰਨਾ ਮਤਲਬ ਪ੍ਰੋਹਿਬਿਟ ਕਰਨਾ ਹੁੰਦਾ ਹੈ, ਆਪਣੇ ਆਪ ਨੂੰ ਰੋਕਣਾ ਹੁੰਦਾ ਆ। ਤਾਂ ਉਹ ਕਹਿੰਦੇ ਕਿ ਬੈਨੇਗਲ ਦੀ ਜਿਹੜੀ ਇਹ ਫਿਲਮ ਸੀ, ਬੌਸ ਫਿਲਮ ਸੀਗੀ, ਉਹ ਇੰਡੀਆ ਸਿਨੇਮਾ ਨੂੰ ਵਰਲਡ ਲੈਵਲ 'ਤੇ ਲੈ ਕੇ ਗਈ ਹੈ, ਔਰ ਉੱਥੇ ਉਹਨਾਂ ਨੇ ਵੱਡੀ ਸਕਰੀਨ ਦੇ ਉੱਤੇ ਪੋਲੀਟੀਕਲ ਲਾਈਫ ਵੀ ਇੰਡੀਆ ਦੀ ਦਿਖਾਈ ਹੈ। ਐਂਡ ਇੰਡੀਅਨਸ like the rest of the world can deal with their history through the film। ਤੇ ਉਹਨਾਂ ਨੇ ਦਿਖਾ ਦਿੱਤਾ ਲੋਕਾਂ ਨੂੰ ਕਿ ਜਿਸ ਤਰ੍ਹਾਂ ਬਾਕੀ ਦੁਨੀਆ ਜਿਹੜੀ ਹਿਸਟਰੀ ਨੂੰ ਆਪਣੀ ਨੂੰ ਫਿਲਮਸ ਦੇ ਥਰੂ ਦਿਖਾਉਂਦੀ ਹੈ, ਸਿਮਿਲਰਲੀ ਇੰਡੀਅਨਸ ਵੀ ਆਪਣੀ ਹਿਸਟਰੀ ਨੂੰ, ਆਪਣੇ ਪੁਰਾਣੇ ਇਤਿਹਾਸ ਨੂੰ ਫਿਲਮਸ ਦੇ ਥਰੂ ਦਿਖਾ ਸਕਦੀ ਹੈ। I'm intrigued by the title of the film, The Unforgotten Hero। ਤੇ ਉਹਨਾਂ ਨੇ ਜਿਹੜੀ ਸੁਭਾਸ਼ ਚੰਦਰ ਬੋਸ ਤੇ ਬੈਨੇਗਲ ਨੇ ਫਿਲਮ ਬਣਾਈ ਸੀ, ਉਹਦਾ ਨਾਮ ਕੀ ਸੀ? The Forgotten ਹੀਰੋ, ਕਿ ਇੱਕ ਉਹ ਹੀਰੋ ਜਿਹਨੂੰ ਅਸੀਂ ਭੁੱਲ ਚੁੱਕੇ ਹਾਂ। ਸੋ ਕਹਿੰਦੇ ਕਿ ਮੈਂ ਬੜਾ ਇੰਟਰੀਗਡ ਹੋਇਆ, ਬੜਾ ਮੈਂ ਕਿਊਰੀਅਸ ਹੋਇਆ, ਹੈਰਾਨ ਹੋਇਆ ਫਿਲਮ ਦਾ ਟਾਈਟਲ ਦੇਖ ਕੇ। ਵੈਨ ਆਈ ਰੋਟ ਮਾਈ ਬਾਇਓਗ੍ਰਾਫੀ ਆਫ ਸੁਭਾਸ਼ ਬੋਸ in 1982 which has recently been updated with new material, I call him the lost hero। ਅਤੇ ਕਹਿੰਦੇ ਜਿਹੜੇ ਸਾਡੇ ਮਹੀਰ ਬੌਸ ਹੈ, ਉਹਨਾਂ ਨੇ ਜਿਹੜੇ ਸਾਡੇ ਇਸ ਚੈਪਟਰ ਦੇ ਰਾਈਟਰ ਹੈ, ਉਹਨਾਂ ਨੇ ਵੀ ਸੁਭਾਸ਼ ਚੰਦਰ ਬੋਸ ਦੇ ਉੱਤੇ ਬਾਇਓਗ੍ਰਾਫੀ ਲਿਖੀ ਸੀ, ਉਹਨਾਂ ਦੀ ਜ਼ਿੰਦਗੀ ਦੀ ਇੱਕ ਜੀਵਨੀ ਲਿਖੀ ਸੀ, ਜਿਹੜੀ ਕਿ ਉਹਨਾਂ ਨੇ 1982 ਦੇ ਵਿੱਚ ਲਿਖੀ ਸੀ। ਉਸ ਤੋਂ ਬਾਅਦ ਉਹਨਾਂ ਨੇ ਇਸ ਨੂੰ ਹੋਰ ਮਟੀਰੀਅਲ ਦੇ ਨਾਲ ਅਪਡੇਟ ਕਰਕੇ ਵੀ ਕੀਤਾ ਸੀ, ਤਿਆਰ ਕੀਤਾ ਸੀ ਦੁਬਾਰਾ। ਆਈ ਕਾਲਡ ਹਿਮ ਦ ਲੋਸਟ ਹੀਰੋ। ਅਤੇ ਉੱਥੇ ਮਹੀਰ ਬੌਸ ਰਾਈਟਰ ਨੇ ਸੁਭਾਸ਼ ਚੰਦਰ ਬੋਸ ਨੂੰ ਕਿਹਾ ਸੀ ਦ ਲੋਸਟ ਹੀਰੋ। ਸ਼ਾਮ ਬੈਨੇਗਲ ਨੇ ਸੁਭਾਸ਼ ਚੰਦਰ ਬੋਸ ਨੂੰ ਕਿਹਾ ਦ ਫੋਰਗੋਟਨ ਹੀਰੋ। meaning that while Bose was important, he was lost both to Indian nationalism and the modern Indian life। ਉਹਨਾਂ ਨੇ ਦ ਲੋਸਟ ਹੀਰੋ ਨਾਮ ਕਿਉਂ ਦਿੱਤਾ ਸੀ? ਕਿਉਂਕਿ ਉਹ ਮੰਨਦੇ ਆ ਕਿ ਬੌਸ ਬਹੁਤ ਇੰਪੋਰਟੈਂਟ ਹਿੱਸਾ ਸੀ, ਲੇਕਿਨ ਉਹ ਇੰਡੀਅਨ ਨੈਸ਼ਨਲਿਜ਼ਮ, ਜਿਹੜਾ ਇੰਡੀਆ ਦੇ ਵਿੱਚ ਇੱਕ ਨੈਸ਼ਨਲਿਜ਼ਮ, ਇੱਕ ਪੈਟਰੋਟਿਜ਼ਮ, ਦੇਸ਼ ਭਗਤੀ ਚੱਲੀ ਸੀ, ਉਹਦੇ ਵਿੱਚ ਉਹ ਲੋਸਟ ਹੋ ਗਏ। ਅਤੇ ਇੰਡੀਅਨ ਜਿਹੜੀ ਮਾਡਰਨ ਲਾਈਫ ਸੀ, ਨਵਾਂ ਤੌਰ ਤਰੀਕਾ ਆਫਟਰ ਇੰਡੀਪੈਂਡੈਂਸ ਤੋਂ ਬਾਅਦ, ਜਦੋਂ ਇੰਡੀਆ ਆਜ਼ਾਦ ਹੋਇਆ, ਉਸ ਤੋਂ ਬਾਅਦ ਜੋ ਇੱਕ ਇੰਡੀਆ ਦੇ ਵਿੱਚ ਪੂਰਾ ਸੁਸਾਇਟੀ ਚੱਲੀ ਹੈ, ਉਸ ਮਾਡਰਨ ਇੰਡੀਅਨ ਲਾਈਫ ਦੇ ਵਿੱਚ ਵੀ ਉਹ ਲੋਸਟ ਹੋ ਗਏ ਸੀ, ਅਤੇ ਇਸ ਲਈ ਰਾਈਟਰ ਨੇ ਉਹਨਾਂ ਨੂੰ ਦ ਲੋਸਟ ਹੀਰੋ ਦਾ ਨਾਮ ਦਿੱਤਾ ਸੀ। I was keen to write a full biography of a man and get away from the endless debate about whether Bose had died in the air crash, a debate that continues to this date, with the Justice Mukherjee Commission trudging on its inquiry. Trudging on its inquiry means moving very slowly with the inquiry. So ਕਹਿੰਦੇ ਕਿ ਮੈਂ ਬਹੁਤ ਜ਼ਿਆਦਾ ਇੰਟਰਸਟਿਡ ਸੀ, ਕੀਨ ਸੀ ਕਿ ਮੈਂ ਇਹ ਪੂਰੀ ਬਾਇਓਗ੍ਰਾਫੀ ਲਿਖਾਂ ਉਸ ਮੈਨ ਦੇ ਬਾਰੇ, ਐਂਡ ਗੈਟ ਅਵੇ ਵਿਦ ਦ ਐਂਡਲੈਸ ਡਿਬੇਟ। ਔਰ ਉਹਨਾਂ ਦੇ ਉੱਤੇ ਹਜੇ ਤੱਕ ਵੀ ਇਹ ਡਿਬੇਟ ਚੱਲੀ ਆ ਰਹੀ ਹੈ
कि सुभाष चंद्र बोस की जिहड़ी मौत हुई सी ही डाइड इन अ एयर क्रैश कि उन्हां दी असल च मौत एयर क्रैश के थ्रू हुई सी जां उन्हां दी जिहड़ी डैथ है किते होर हुई है। सो कहंदे मैं वो पूरी बायोग्राफी लिखना चाहता सी ते मैं चाहता सी कि मैं किसी डिबेट का भी हिस्सा ना बना। गैट अवे मतलब कि इस डिबेट दे विचों इस बहस दे विचों निकल भी जावां जिहड़ी कि चली आ रही है कि वो एयर क्रैश के थ्रू मरे सी जां नहीं। अ डिबेट दैट कंटिन्यूज टू दिस डेट तो ये जी डिबेट है वो हजे तक कंटिन्यू है तो जस्टिस मुखर्जी कमीशन के कोल ये मसला जड़ा पहुँचा भी होया है तो इस ते इनकुआरी भी उन्होंने कर रहे हैं कि एक्चुअली असली च सुभाष चंद्र बोस की जी डैथ किस तरह हुई सी। Benegal neatly avoids the death controversy but by not telling us how Boss died। लेकिन जिहड़ा साडे बेनेगल राइटर है उन्होंने डेथ कॉन्ट्रोवर्सी क्योंकि उन्होंने डेथ ते बड़ी ये कॉन्ट्रोवर्सी है उन्होंने इस चीज़ नूं बड़ी आसानी दे नाल अवॉइड कर दिता। उन्होंने अपनी फिल्म दे विच दस्सिया ही नहीं कि बॉस की डेथ किद्दां होई। हिज फिल्म डील्स विद द लास्ट 4 years ऑफ हिज लाइफ तो जिहड़ी फिल्म है उन्हीं बॉस दे पिछले 4 सालों की जिंदगी ते सिर्फ बनाई है। It begins with Bose resigning from the Congress presidency and ends with the plane taking off in August 1945। ते उन्होंने फिल्म कित्थों शुरू की? सुभाष चंद्र बोस कांग्रेस प्रेजिडेंसी उन्होंने कांग्रेस की प्रेजिडेंसी मिली सी उहदे तो उन्होंने रिजाइन कर दिता सी अस्तीफा दे दिता तो ख़त्म कित्थे करदे आ बेनेगल अपनी फिल्म नूं सिर्फ जिहड़ा प्लेन है उन्होंने टेक ऑफ हुंदा दिखाते आ इन August 1945 तो इत्थे वो अपनी फिल्म ख़त्म कर दिंदे आ ते उन्हां दा कांग्रेस प्रेजिडेंसी तो रिजाइन करना तो उस प्लेन दे विच बैठना तो बस इन्ने समय दौरान जो उन्होंने जिंदगी दे विच होया श्याम बेनेगल ने अपनी फिल्म दे विच सिर्फ वही दिखाया है। The contrast with Gandhi is evident. Attenborough dealt with Gandhi's life over a longer historical time frame, from his experiences in South Africa to his death in 1948। ते कहंदे ते गांधी फिल्म कौन बना रहा है आप स्टार्टिंग च ही पढ़िया सी रिचर्ड एटनबोरो जिहड़े आ वो गांधी फिल्म बना रहे हैं ते कहंदे जिहड़ी श्याम बेनेगल ने बॉस फिल्म बनाई है वो उहदे तो ये वाली फिल्म बहुत डिफरेंट है कॉन्ट्रास्ट है। एविडेंट मीनस सामने ही दिस रहा है कंट्रास्ट क्लीयरली दिस रहा है एविडेंट मीनस क्लियर है। Attenborough dealt with Gandhi's life over a longer historical time frame। उन्होंने गांधी दी जिंदगी दा काफ़ी ज़्यादा हिस्सा लिया। उन्होंने ईवन गांधी जी दे साउथ अफ्रीका दे विच एक्सपीरियंसिस नूं भी लिया तो उन्होंने डैथ जिहड़ी है इंडिया इंडिपेंडेंस तो बाद उन्होंने डैथ जिहड़ी 1948 दे विच हुंदी है उत्थों तक बहुत लंबा समा उन्होंने बहुत ज़्यादा वड्डा लंबा समा जिहड़ा आ हिस्टरी दा गांधी फिल्म दे विच दिखाया रिचर्ड एटनबोरो ने। लेकिन जिहड़ी श्याम बेनेगल ने फिल्म बनाई बॉस दे उत्ते सुभाष चंद्र बोस दे उत्ते उहदे विच सिर्फ उन्होंने जिंदगी दे 4 सालां नूं ही दस्सिया। Benegal is presenting what he calls a fictional treatment of Boss। He has added his own gloss to the story। सो इस फिल्म दे विच ये एक्चुअली जिहड़ा चैप्टर है ना क्योंकि आप चैप्टर की स्टार्टिंग च पढ़िया कि इट इज़ रीडिंग रिव्यू का मतलब हुंदा है किसी बुक नूं रिव्यू करना किसी स्टोरी नूं रिव्यू करना किसी फिल्म नूं एनालिसिस करना। रिव्यू करना मतलब उहदा एनालिसिस करना। सो इस चैप्टर दे विच महीर बॉस जिहड़े आ श्याम बेनेगल दी फिल्म सुभाष चंद्र बोस नूं की कर रहा रिव्यू कर रहा तो उहदियां अच्छियां जां उन्हां नूं कुछ जिहड़ियां चीज़ां बुरियां लगियां नहीं अच्छियां लगियां वो डिस्कस कर रहे हैं। In next paragraph he writes, Benegal is presenting what he calls a fictional treatment of the boss। So उन्होंने ਇਹਦੇ ਵਿੱਚ बेनेगल ਜਿਹੜੇ ਆ ਸੁਭਾਸ਼ ਚੰਦਰ ਬੋਸ ਦਾ ਦੀ ਜਿਹੜੀ ਸਟੋਰੀ ਹੈ ਉਹਨੂੰ ਇੱਕ ਫਿਕਸ਼ਨਲ ਇੱਕ ਇਮੈਜਿਨਰੀ ਸਟੋਰੀ ਦੀ ਤਰ੍ਹਾਂ ਟ੍ਰੀਟ ਕੀਤਾ। He has added his own gloss to the story। So which means he has added his own
gloss ਆਪਾਂ ਕਹਿ ਦਿੰਦੇ ਜਿੱਦਾਂ ਸ਼ਾਈਨ ਕਰਨਾ ਹੇਅਰ ਮੀਨਸ ਹੀ ਹੈਡ ਐਡਡ ਦਾ ਗੁੱਡ ਥਿੰਗਸ, ਜਿਹੜੀਆਂ ਚੀਜ਼ਾਂ ਅੱਛੀਆਂ ਸੀ ਨਾ ਸੁਭਾਸ਼ ਚੰਦਰ ਬੋਸ ਦੇ ਬਾਰੇ ਉਹਨਾਂ ਨੂੰ ਹੀ ਇਸ ਫਿਲਮ ਦੇ ਵਿੱਚ ਐਡ ਕੀਤਾ। ਸੋ ਨਾਟ ਐਵਰੀਥਿੰਗ ਡਿਪਿਕਟਡ ਇਨ ਦਾ ਫਿਲਮ ਇਜ਼ ਹਿਸਟੋਰੀਕਲੀ ਟਰੂ। ਸੋ ਇਸ ਲਈ ਇਹਨੂੰ ਆਪਾਂ ਹਿਸਟਰੀ ਦਾ ਸੱਚ ਨਹੀਂ ਕਹਿ ਸਕਦੇ ਇਸ ਫਿਲਮ ਨੂੰ, ਕਿਉਂਕਿ ਇਹਦੇ ਵਿੱਚ ਉਹਨਾਂ ਨੇ ਅੱਛੀਆਂ ਚੀਜ਼ਾਂ ਨੂੰ ਦਿਖਾਉਣ ਦੇ ਲਈ ਕੁਝ ਚੀਜ਼ਾਂ ਨੂੰ ਕੀ ਕੀਤਾ, ਉਹਨਾਂ ਨੇ ਛੁਪਾ ਲਿਆ। ਸੋ ਉਹਨਾਂ ਨੇ ਸੋ ਐਵਰੀਥਿੰਗ ਜੋ ਹਿਸਟਰੀ ਦੇ ਵਿੱਚ ਹੋਇਆ ਉਹਨੂੰ ਸੱਚ ਨੂੰ ਐਜ਼ ਇਟ ਇਜ਼ ਡਿਪਿਕਟ ਐਜ਼ ਇਟ ਨਹੀਂ ਦਿਖਾਇਆ। ਦਿਸ ਇਜ਼ ਹਾਰਡਲੀ ਐਕਸੈਪਸ਼ਨਲ ਮੀਨਸ ਅਨਯੂਜੂਅਲ। ਇਹ ਉਹਨਾਂ ਨੇ ਬੜੀ ਅਜੀਬ ਗੱਲ ਹੈ ਉਹਨਾਂ ਦੀ ਕਿ ਉਹਨਾਂ ਨੇ ਹਿਸਟਰੀ ਨੂੰ ਥੋੜ੍ਹਾ ਤੋੜ ਮਰੋੜ ਕੇ ਸੁਭਾਸ਼ ਚੰਦਰ ਬੋਸ ਦੀ ਇੱਕ ਬਸ ਗੁੱਡ ਇੰਪ੍ਰੈਸ਼ਨ ਉਹਨਾਂ ਨੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ। Attenborough did that with Gandhi, and any good film would do the same। ਤੇ ਐਟਨਬੋਰੋਗ ਨੇ ਵੀ ਗਾਂਧੀ ਫਿਲਮ ਦੇ ਵਿੱਚ ਵੀ ਇਹੀ ਕੀਤਾ, ਤੇ ਕਹਿੰਦੇ ਕੋਈ ਵੀ ਅੱਛਾ ਜਿਹੜਾ ਫਿਲਮ ਡਾਇਰੈਕਟਰ ਹੋਏਗਾ ਉਹ ਇਸੇ ਤਰ੍ਹਾਂ ਕਰੇਗਾ। There is a lengthy description of a submarine trip Boss took in 1943 from Germany to Japan। ਸੋ ਇਹਨਾਂ ਨੇ ਇਹ ਫਿਲਮ ਦੇ ਵਿੱਚ ਸ਼ਾਮ ਬੈਨੇਗਲ ਨੇ ਜ਼ਿਆਦਾਤਰ ਕੀ ਦਿਖਾਇਆ, ਲੈਂਥੀ ਡਿਸਕ੍ਰਿਪਸ਼ਨ, ਬਹੁਤ ਜ਼ਿਆਦਾ ਕਿਸ ਚੀਜ਼ ਨੂੰ ਡਿਸਕ੍ਰਾਈਬ ਕੀਤਾ। ਸਬਮਰੀਨ ਹੇਅਰ ਮੀਨਸ ਉਹਨਾਂ ਦੀ ਸ਼ਿਪ, ਜਿਹੜਾ ਉਹਨਾਂ ਨੇ ਸ਼ਿਪ ਟ੍ਰਿਪ ਕੀਤਾ ਸੀ ਸੁਭਾਸ਼ ਚੰਦਰ ਬੋਸ ਨੇ 1943 ਦੇ ਵਿੱਚ ਇੱਕ ਟ੍ਰਿਪ ਕੀਤਾ ਸੀ। ਕਿੱਥੋਂ ਕੀਤਾ ਸੀ? ਜਰਮਨੀ ਟੂ ਜਾਪਾਨ ਤੱਕ ਕੀਤਾ ਸੀ। ਅਤੇ ਉਹਨਾਂ ਨੇ ਕਦੋਂ ਕੀਤਾ ਸੀ? 1943 ਦੇ ਵਿੱਚ। ਅਤੇ ਇਸ ਟ੍ਰਿਪ ਨੂੰ ਹੀ ਬਹੁਤ ਜ਼ਿਆਦਾ ਉਸ ਫਿਲਮ ਦੇ ਵਿੱਚ ਦਿਖਾਇਆ ਗਿਆ ਆ। Many of the incidents described did not take place, such as ਆਬਿਦ ਹਸਨ ਕੁਕਿੰਗ ਖਿਚੜੀ। ਸੋ ਕਈ ਇਸ ਤਰ੍ਹਾਂ ਦੇ ਵੀ ਇੰਸੀਡੈਂਟਸ ਉਹਦੇ ਵਿੱਚ ਦਿਖਾਏ ਗਏ ਜਿਹੜੇ ਕਿ ਐਕਚੁਅਲੀ ਨਹੀਂ ਹੋਏ। ਉਹਨਾਂ ਦੇ ਵਿੱਚੋਂ ਕਿਹੜਾ ਇੱਕ ਇੰਸੀਡੈਂਟ ਹੈ? ਆਬਿਦ ਹਸਨ ਉਹਦੇ ਵਿੱਚ ਸ਼ਿਪ ਦੇ ਉੱਤੇ ਖਿਚੜੀ ਕੁਕਿੰਗ ਕਰ ਰਹੇ ਆ। But they help dramatize a difficult journey and provide some of the most riveting moments in the film। ਸੋ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ, ਇਹ ਉਹਨਾਂ ਦੀ ਜਿਹੜੀ ਜਰਨੀ ਸੀ ਕਾਫੀ ਜ਼ਿਆਦਾ ਡਿਫਿਕਲਟ ਜਰਨੀ ਸੀ ਸੁਭਾਸ਼ ਚੰਦਰ ਬੋਸ ਦੀ, ਉਹਨੂੰ ਇੱਕ ਡਰਾਮਾ ਦੇ ਥਰੂ ਪੇਸ਼ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਹੈ। ਔਰ ਕੁਛ ਇੱਕ ਜਿਹੜੀਆਂ ਮੂਵਮੈਂਟਸ ਹੈ ਉਸ ਟਾਈਮ ਦੇ ਉੱਤੇ ਫਿਲਮ ਦੇ ਉੱਤੇ ਬਹੁਤ ਜ਼ਿਆਦਾ ਰਿਵੈਟਿੰਗ ਹੈ। ਰਿਵੈਟਿੰਗ ਮੀਨਸ ਇਨਗ੍ਰੋਸਿੰਗ ਹੈ। ਇਨਗ੍ਰੋਸਿੰਗ ਦਾ ਮਤਲਬ ਕੀ ਹੁੰਦਾ? ਜਿਹੜੀ ਚੀਜ਼ ਤੁਹਾਡਾ ਧਿਆਨ ਆਪਣੇ ਵੱਲ ਨੂੰ ਖਿੱਚ ਲਵੇ। ਹਸਨ joking with the Germans about ਖਿਚੜੀ is a comic Hindi cinema at its best। ਸੋ ਹਸਨ ਜੋ ਹੈ ਖਿਚੜੀ ਬਣਾ ਰਿਹਾ ਆ ਔਰ ਜਰਮਨਸ ਦੇ ਨਾਲ ਖਿਚੜੀ ਦੇ ਉੱਤੇ ਕੁਝ ਜੋਕ ਕਰ ਰਿਹਾ ਆ। ਉਹ ਉਹਨਾਂ ਨੇ ਹਿੰਦੀ ਕਾਮਿਕ ਦੇ ਵਿੱਚ ਇਹਨੂੰ ਆਪਾਂ ਬੈਸਟ ਸੀਨ ਜਾਂ ਬੈਸਟ ਐਕਟ ਕਹਿ ਸਕਦੇ ਹਾਂ। I was less convinced by Benegal's mucking about with the way Boss and the Hassan transferred from German to the Japanese hands। So ਉਹ ਕਹਿੰਦੇ ਕਿ ਮੈਨੂੰ ਬੈਨੇਗਲ ਨੇ ਜਿਹੜਾ ਉਹਨਾਂ ਦੇ he was Benegal's mucking about with the way Boss and Hassan transferred from German to the Japanese hands। ਸੋ ਕਹਿੰਦੇ ਕਿ ਮੈਨੂੰ ਲੈਸ ਕਨਵਿੰਸ ਹੋਣਾ ਕਿ ਮੈਨੂੰ ਜ਼ਿਆਦਾ ਅੱਛਾ ਨਹੀਂ ਲੱਗਾ, ਮੈਨੂੰ ਉਸ ਚੀਜ਼ ਉਹਨਾਂ ਦੀ ਇਹ ਵਾਲੀ ਜਿਹੜੀ ਉਹਨਾਂ ਨੇ ਦਿਖਾਈ ਆ ਵਾਜ਼ ਨਾਟ ਕਨਵਿੰਸਡ, ਆਈ ਵਾਜ਼ ਨਾਟ ਹੈਪੀ ਉਹਨਾਂ ਦੀ ਇਸ ਗੱਲ ਤੋਂ। ਬੈਨੇਗਲਸ ਮਕਿੰਗ ਅਬਾਊਟ ਹੇਅਰ ਮੀਨਸ ਇੰਟਰਫੇਅਰਿੰਗ ਵਿਦ ਦਾ ਵੇ, ਕਿਸ ਤਰ੍ਹਾਂ ਬੌਸ ਐਂਡ ਹਸਨ ਜਿਹੜੇ ਕਿ ਟਰਾਂਸਫਰ ਹੋ ਗਏ ਫਰੋਮ ਜਰਮਨ ਟੂ ਜੈਪਨੀਜ਼ ਹੈਂਡਸ, ਕਿ ਕਿਸ ਤਰ੍ਹਾਂ ਉਹਨਾਂ ਦੇ ਹੱਥਾਂ ਦੇ ਵਿੱਚ ਚਲੇ ਗਏ, ਮਤਲਬ ਕਿ ਉਹਨਾਂ ਦੇ ਇਸ਼ਾਰਿਆਂ 'ਤੇ ਕੰਮ ਕਰਨ ਲੱਗੇ। Benegal shows the pair getting off the German submarine onto the small dinghy and then rowing ashore। ਤੇ ਉਹਨਾਂ ਨੇ ਬੈਨੇਗਲ ਨੇ ਆਪਣੀ ਫਿਲਮ ਦੇ ਵਿੱਚ ਇਹ ਵੀ ਦਿਖਾਇਆ ਸੀ ਕਿ ਜਿਹੜੇ ਸੁਭਾਸ਼ ਚੰਦਰ ਬੋਸ ਹੈ, ਪੇਅਰ ਇੱਥੇ ਕਿਹਨੂੰ ਕਿਹਾ ਗਿਆ? ਸੁਭਾਸ਼ ਚੰਦਰ ਬੋਸ ਐਂਡ ਦਾ ਹਸਨ, ਦੋਨੋਂ ਜਾਣੇ। ਗੈਟਿੰਗ ਆਫ ਮਤਲਬ ਕਿ ਉਤਰਦੇ ਆ, ਕਿੱਥੇ ਉਤਰਦੇ ਆ? ਜਰਮਨ ਸਬਮਰੀਨ, ਜਰਮਨ ਸ਼ਿਪ ਤੋਂ ਉਤਰਦੇ ਆ। ਔਨ ਟੂ ਅ ਸਮਾਲ ਡਿੰਗੀ ਕਿਹਨੂੰ ਕਹਿ ਦਿੰਦੇ? ਬੋਟ ਨੂੰ ਕਹਿ ਦਿੰਦੇ ਆ।
ਛੋਟੀ ਬੋਟ ਨੂੰ ਕਹਿ ਦਿੰਦੇ ਆ, ਐਂਡ ਦੈਨ ਰੋਇੰਗ ਉਸ ਬੋਟ ਨੂੰ ਦੇ ਵਿੱਚ ਰੋ ਕਰਦੇ ਹੋਏ ਕਿਨਾਰੇ 'ਤੇ ਪਹੁੰਚਦੇ ਆ। ਇਨ ਰੀਅਲ ਲਾਈਫ ਬੌਸ ਐਕਚੁਅਲੀ boarded the Japanese submarine, and making this twist, Benegal, far from adding to the drama, unnecessarily introduces a touch of unreality the film could have done without. So actually real life च होया की सी कि बॉस ने जर्मन शिप तो उतरदे होया उन्होंने जैपनीज़ शिप जिहड़ी सी ਉਹ ਉਹਨਾਂ ਨੇ ਉਹਦੇ ਤੇ ਬੋਰਡ ਹੋ ਜਾਣਾ, ਮਤਲਬ ਉਹਦੇ ਤੇ ਚੜ ਗਏ ਸੀ। ਲੇਕਿਨ ਇਹਦੇ ਵਿੱਚ ਇੱਕ ਟਵਿਸਟ ਲੈ ਕੇ ਆਉਣ ਦੇ ਲਈ ਬੈਨੇਗਲ ਨੇ ਇਹਦੇ ਫਾਰ ਫਰੋਮ ਐਡਿੰਗ ਟੂ ਦਾ ਡਰਾਮਾ, ਉਸ ਡਰਾਮਾ ਦੇ ਵਿੱਚ ਇੱਕ ਟਵਿਸਟ ਲੈ ਕੇ ਆਉਣ ਦੇ ਲਈ ਅਨਨੈਸੈਸਰਲੀ, ਜ਼ਰੂਰਤ ਵੀ ਨਹੀਂ ਸੀ ਕਿਸ ਚੀਜ਼ ਦਾ, ਇੱਕ ਅਨਰਿਐਲਿਟੀ ਦਾ ਟੱਚ ਲੈ ਕੇ ਆਏ ਫਿਲਮ ਦੇ ਵਿੱਚ। ਫਿਲਮ ਕੁਡ ਹੈਵ ਡਨ ਵਿਦਆਊਟ, ਜਿਸ ਤੋਂ ਬਿਨਾਂ ਵੀ ਫਿਲਮ ਬਹੁਤ ਅੱਛੀ ਬਣ ਜਾਣੀ ਸੀ ਅਗਰ ਉਹ ਰਿਐਲਿਟੀ ਨੂੰ ਦਿਖਾਉਂਦੇ ਤਾਂ। ਇਸ ਤਰ੍ਹਾਂ ਮਤਲਬ ਡਰਾਮਾ ਕ੍ਰੀਏਟ ਨਾ ਕਰਦੇ ਵਿੱਚ ਅਨਰੀਅਲ, ਤਾਂ ਵੀ ਫਿਲਮ ਜਿਹੜੀ ਆ ਉਹ ਕਾਫੀ ਅੱਛੀ ਚੱਲ ਜਾਣੀ ਸੀ। The filmmaker takes a great deal of poetic license with Bo's relationship with his Austrian secretary Emily Schnackel, but that is perfectly justified. So उन्होंने ਇਹਦੇ ਵਿੱਚ ਕਾफ़ी ज़्यादा पोइटिक लाइसेंस, मतलब काफ़ी ज़्यादा पोइट्री उन्होंने इंट्रोड्यूस की है की दिखाने ਦੇ ਲਈ ਬੌਸ ਦਾ ਰਿਲੇਸ਼ਨਸ਼ਿਪ, ਸੁਭਾਸ਼ ਚੰਦਰ ਬੌਸ ਦਾ ਰਿਲੇਸ਼ਨਸ਼ਿਪ ਸੀਗਾ ਉਹਨਾਂ ਦੀ ਇੱਕ ਆਸਟਰੀਅਨ ਮੀਨਸ ਆਸਟਰੀਆ ਨੂੰ ਜਿਹੜੇ ਬਿਲੋਂਗ ਕਰਦੇ। ਆਸਟਰੀਆ ਕੰਟਰੀ ਦਾ ਨੇਮ ਹੈ, ਜਿਹੜੇ ਉੱਥੋਂ ਦੇ ਰਹਿਣ ਵਾਲੇ ਲੋਕ ਹੈ ਉਹਨਾਂ ਨੂੰ ਆਸਟਰੀਅਨ ਕਿਹਾ ਜਾਂਦਾ ਹੈ। ਉੱਥੋਂ ਦੀ ਉਹਨਾਂ ਦੀ ਇੱਕ ਸੈਕਟਰੀ ਸੀ ਐਂਡ that was Emily Schnackel, but that is perfectly justified। ਪਰ ਕਹਿੰਦੇ ਉਹਨਾਂ ਦੇ ਰਿਲੇਸ਼ਨਸ਼ਿਪ ਦਿਖਾਉਣ ਦੇ ਵਿੱਚ poetic ਨੂੰ use ਕਰਨਾ is justified। The film shows a marriage ceremony in Germany, in Berlin, sometime in 1941, with a German professor acting as a Brahmin priest, while the real Brahmin ACN Nambiar, who worked for Boss, looks on। ਤੇ ਉਹਨਾਂ ਨੇ ਈਵਨ ਫਿਲਮ ਦੇ ਵਿੱਚ ਮੈਰਿਜ ਸੈਰੇਮਨੀ ਵੀ ਦਿਖਾਈ। ਉਹ ਮੈਰਿਜ ਸੈਰੇਮਨੀ ਕਿੱਥੇ ਹੋਈ? ਜਰਮਨੀ ਦੇ ਵਿੱਚ ਕਿੱਥੇ ਹੋਈ? ਬਰਲਿਨ ਨਾਮ ਦੀ ਜਗ੍ਹਾ ਦੇ ਵਿੱਚ ਤੇ ਦਿਖਾਈ ਗਈ। ਕਦੋਂ ਹੋਈ ਸੀ? 1941 ਦੇ ਵਿੱਚ ਹੋਈ ਸੀ। ਅਤੇ ਉਹਦੇ ਵਿੱਚ ਜਰਮਨ ਉਹਨਾਂ ਦੇ ਵਿੱਚ ਜਿਹੜੀ ਮੈਰਿਜ ਸੈਰੇਮਨੀ ਹੋਈ ਹੈ ਉਹਨੂੰ ਕੰਪਲੀਟ ਕਿਹਨੇ ਕੀਤਾ? ਬ੍ਰਾਹਮਣ ਪ੍ਰੀਸਟ, ਕਿਉਂਕਿ ਮੈਰਿਜ ਕਰਵਾਉਣ ਦੇ ਲਈ ਪੰਡਿਤ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਪੰਡਿਤ ਦੀ ਭੂਮਿਕਾ ਕਿਹਨੇ ਨਿਭਾਈ ਸੀ? ਇੱਕ ਜਰਮਨ ਪ੍ਰੋਫੈਸਰ ਸੀ, ਉਹਨਾਂ ਨੇ ਨਿਭਾਈ। ਬਟ ਜਦੋਂ ਕਿ ਉਹਨਾਂ ਦੇ ਕੋਲ ਇੱਕ ਰੀਅਲ ਬ੍ਰਾਹਮਣ ਵੀ ਸੀ, ਉਹਦਾ ਨੇਮ ਸੀ ACN ਨੰਬੀਅਰ, ਹੂ ਵਰਕਡ ਫॉर ਬੌਸ ਲੁਕਸ ਔਨ। ਉਹ ਸਿਰਫ ਉੱਥੇ ਖੜਾ ਦੇਖ ਹੀ ਰਿਹਾ ਸੀ। ਅਤੇ ਮੈਰਿਜ ਸੈਰੇਮਨੀ ਕਰਵਾਉਣ ਵਾਲਾ ਕੌਣ ਸੀ? ਜਰਮਨ ਪ੍ਰੋਫੈਸਰ ਸੀ। No such ceremony took place. Boss and Emily did not become man and wife in 1941 but in 1937. So ਇਹ ਜਿਹੜਾ ਰਿਵਿਊ ਹੈ ਮਹੀਰ ਬੌਸ ਕਿਉਂ ਲਿਖ ਪਾ ਰਹੇ ਆ? ਕਿਉਂਕਿ ਮਹੀਰ ਬੌਸ ਨੇ ਸੁਭਾਸ਼ ਚੰਦਰ ਬੌਸ ਦੇ ਉੱਤੇ ਆਪ ਜੀਵਨੀ ਲਿਖੀ ਹੋਈ ਹੈ ਅਤੇ ਉਹਨਾਂ ਦੇ ਕੋਲ ਕਾਫੀ ਰਿਸਰਚ ਹੈਗੀ ਆ। ਅਤੇ ਉਹ ਇਹ ਕਹਿੰਦੇ ਆ ਕਿ ਜਿਹੜੀ ਫਿਲਮ ਦੇ ਵਿੱਚ ਮੈਰਿਜ ਸੈਰੇਮਨੀ ਦਿਖਾਈ ਗਈ ਉਹ ਇਸ ਤਰ੍ਹਾਂ ਦੀ ਕੋਈ ਸੈਰੇਮਨੀ ਹੋਈ ਨਹੀਂ ਸੀ। ਔਰ ਉਹ ਹਸਬੈਂਡ ਔਰ ਵਾਈਫ 1941 'ਚ ਨਹੀਂ ਬਣੇ ਬਟ ਇਨ 1937 ਦੇ ਵਿੱਚ ਹੀ ਉਹ ਹਸਬੈਂਡ ਐਂਡ ਵਾਈਫ ਬਣ ਗਏ ਸੀ। To be fair, Boss has left Benegal a wretched pack of cards as far as his marriage is concerned. So ਕਹਿੰਦੇ ਕਿ to be fair ਜੇ ਮੈਂ ਸੱਚੀ ਗੱਲ ਕਰਾਂ ਤਾਂ ਬੌਸ ਨੇ ਬੈਨੇਗਲ, ਸ਼ਾਮ ਬੈਨੇਗਲ ਜੋ ਕਿ ਫਿਲਮ ਡਾਇਰੈਕਟਰ ਹੈ ਜਿਨ੍ਹਾਂ ਨੇ ਬੌਸ ਉੱਤੇ ਫਿਲਮ ਬਣਾਈ, ਅ ਰੈਚਡ ਪੈਕ ਆਫ ਕਾਰਡਸ, ਮਤਲਬ ਕਿ ਉਹਨਾਂ ਦੇ ਹੱਥ ਦੇ ਵਿੱਚ ਇੱਕ ਬੁਰੇ ਕਾਰਡ ਥਮਾ ਦਿੱਤੇ। ਰੈਚਡ ਪੈਕ ਆਫ ਕਾਰਡਸ ਮਤਲਬ ਕਿ ਜਦੋਂ ਕਈ ਵਾਰ ਆਪਾਂ ਕਾਰਡਸ ਦੀ ਮਤਲਬ ਤਾਸ਼ ਦੀ ਗੇਮ ਖੇਡਦੇ ਹਾਂ ਸਾਡੇ ਕੋਲ ਅੱਛੇ ਪੱਤੇ ਨਹੀਂ ਆਉਂਦੇ। ਸੋ ਇੱਥੇ ਉਹਨਾਂ ਦਾ ਵੈਸੇ ਉਹਨਾਂ ਨੇ ਇਹ ਕਹਿਣਾ ਚਾਹੁੰਦੇ ਕਿ ਉਹਨਾਂ ਨੇ ਜੇ ਫਿਲਮ ਦੇ ਵਿੱਚ ਮੈਰਿਜ ਦੇ ਨਾਲ ਕੰਸਰਨ ਉਸ ਸੀਨ ਨੂੰ ਦੇਖਿਆ ਜਾਵੇ ਤਾਂ ਉਹ ਸੀਨ ਬਹੁਤਾ ਅੱਛਾ ਨਹੀਂ ਸੀ। ਉਹਨਾਂ ਨੇ ਇਹ ਬੁਰੇ ਪੱਤੇ ਖੇਲੇ ਸੁਭਾਸ਼ ਚੰਦਰ ਬੋਸ ਦੀ ਮੈਰਿਜ ਦਿਖਾ ਕੇ ਐਮਿਲੀ ਦੇ ਨਾਲ।
was Subhash Chandra not to put too fine a point on it, Subhash Chandra Bose was deceitful about his marriage, both with his family and the Indian nation. So, not to put too fine a point on it, so ਇਸ ਪੁਆਇੰਟ ਨੂੰ ਬਹੁਤ ਜ਼ਿਆਦਾ ਉਹ ਨਹੀਂ ਦਿਖਾਣਾ ਚਾਹੁੰਦੇ ਸੀਗੇ ਐਕਚੁਅਲੀ ਸੁਭਾਸ਼ ਚੰਦਰ ਬੋਸ ਡਿਸੀਟਫੁਲ ਹੇਅਰ ਮਤਲਬ ਕੀ ਹੁੰਦਾ ਜਿਹੜਾ ਕਿਸੇ ਨਾਲ ਧੋਖਾ ਕਰੇ ਉਹਨਾਂ ਨੇ ਆਪਣੀ ਮੈਰਿਜ ਦੇ ਰਿਗਾਰਡਿੰਗ ਆਪਣੀ ਫੈਮਿਲੀ ਨਾਲ ਵੀ ਕੁਛ ਜ਼ਿਆਦਾ ਸ਼ੇਅਰ ਨਹੀਂ ਸੀ ਕੀਤਾ ਔਰ ਇੰਡੀਅਨ ਨੇਸ਼ਨ ਦੇ ਨਾਲ ਵੀ ਉਹਨਾਂ ਨੇ ਸ਼ੇਅਰ ਨਹੀਂ ਸੀ ਕੀਤਾ He kept quiet about this relationship for 8 years, although towards the end of his life he appears to have suffered agonies about what he had done. So वो काफ़ी शांत सी चुप सी अपने रिलेशनशिप ਨੂੰ ਲੈ ਕੇ for 8 years 8 ਸਾਲ ਉਹਨਾਂ ਨੇ ਆਪਣੀ ਕਿਸੇ ਦੇ ਨਾਲ ਵੀ ਉਹਨਾਂ ਦਾ ਜਿਹੜਾ ਰਿਲੇਸ਼ਨਸ਼ਿਪ ਸੀਗਾ ਆਸਟਰੀਅਨ ਸੈਕਟਰੀ ਦੇ ਨਾਲ ਉਹ ਸ਼ੇਅਰ ਹੀ ਨਹੀਂ ਕੀਤਾ ਐਂਡ ਔਰ ਇਸ ਚੀਜ਼ ਦੀ ਟੂਵਰਡਸ ਦ ਐਂਡ ਆਫ ਲਾਈਫ ਜਦੋਂ ਉਹਨਾਂ ਦੀ ਜ਼ਿੰਦਗੀ ਖਤਮ ਹੋਣ ਵਾਲੀ ਸੀ ਤਾਂ ਉਹਨਾਂ ਨੇ ਇਸ ਕਰਕੇ ਜੋ ਉਹਨਾਂ ਨੇ ਕੀਤਾ ਆਪਣਾ ਰਿਲੇਸ਼ਨਸ਼ਿਪ ਛੁਪਾਇਆ ਉਹਦੇ ਕਰਕੇ ਉਹਨਾਂ ਨੂੰ ਬਹੁਤ ਸਾਰੀ ਪੇਨ ਜਿਹੜੀ ਹੈ ਸਫਰ ਕਰਨੀ ਪਈ ਐਗਨੀਸ ਮੀਨਸ ਪੇਨ ਸਫਰ ਕਰਨੀ ਪਈ as now emerged, he got married in December 1937 on a short visit to Europe. Actually ਉਹਨਾਂ ਨੇ 1937 December ਦੇ ਵਿੱਚ ਗਏ ਸੀ ਯੂਰਪ ਨੂੰ ਉਹਨਾਂ ਦੀ ਇੱਕ short visit ਸੀ ਉਦੋਂ ਉਹਨਾਂ ਨੇ ਮੈਰਿਜ ਕੀਤੀ ਸੀ ਐਮਿਲੀ ਦੇ ਨਾਲ while the purpose of that visit was stated as seeking treatment before he took over the Congress presidency, it's clear he wanted to go to Europe to marry his secret love. ਉਹਨਾਂ ਦਾ ਐਕਚੁਅਲੀ ਇਹ ਪਰਪਸ ਜੋ ਦੱਸਿਆ ਗਿਆ ਸੀ ਕਿ ਉਹ ਉਸ ਵਿਜ਼ਿਟ 'ਤੇ ਕਿਉਂ ਗਏ ਸੀ ਸਟੇਟਡ ਮਤਲਬ ਜੋ ਉਹਨਾਂ ਦਾ ਪਰਪਸ ਦੱਸਿਆ ਗਿਆ ਵਿਜ਼ਿਟ ਦਾ ਉਹ ਕੀ ਸੀ ਕਿ ਕੋਈ ਟਰੀਟਮੈਂਟ ਕਰਵਾਉਣ ਗਏ ਆ ਕਾਂਗਰਸ ਪ੍ਰੈਜ਼ੀਡੈਂਸੀ ਲੈਣ ਤੋਂ ਪਹਿਲਾਂ ਉਹ ਕੋਈ ਆਪਣੀ ਟਰੀਟਮੈਂਟ ਕਰਵਾਉਣ ਗਏ ਆ ਲੇਕਿਨ ਹੁਣ ਕਲੀਅਰ ਹੋ ਰਿਹਾ ਆ ਕਿ ਉਹਨਾਂ ਦਾ ਐਕਚੁਅਲੀ ਉੱਥੇ ਯੂਰਪ ਜਾਣ ਦਾ ਕੀ ਪਰਪਸ ਸੀ ਉਹ ਆਪਣੀ ਉੱਥੇ ਆਪਣੇ ਸੀਕ੍ਰੇਟ ਲਵ ਦੇ ਨਾਲ ਉੱਥੇ ਮੈਰਿਜ ਦੇ ਲਈ ਗਏ ਸੀ When he returned to India from Europe in 1938, he did not come clean. Instead, he lied. ਤੇ ਜਦੋਂ ਜਨਵਰੀ 'ਚ ਦਸੰਬਰ 1937 ਦੇ ਵਿੱਚ ਉਹਨਾਂ ਦੀ ਐਮਿਲੀ ਦੇ ਨਾਲ ਮੈਰਿਜ ਹੋਈ ਹੈ ਐਂਡ ਜਨਵਰੀ 1938 ਦੇ ਵਿੱਚ ਉਹ ਯੂਰਪ ਤੋਂ ਵਾਪਸ ਇੰਡੀਆ ਆ ਗਏ ਆ ਲੇਕਿਨ ਕਲੀਨ ਵਾਪਸ ਨਹੀਂ ਆਉਂਦੇ ਕਿਉਂਕਿ ਉਹ ਆ ਕੇ ਐਕਚੁਅਲੀ ਕੀ ਕਰ ਰਹੇ ਆ ਝੂਠ ਬੋਲਿਆ ਉਹਨਾਂ ਨੇ When asked about marriage, he publicly stated, I have no time to think about it, reinforcing his Indian image of being something of celibate. Celibate means brahmachari hona, ਜਿਹੜਾ ਕਿ marriages ਜਾਂ girls ਤੋਂ ਦੂਰ ਰਹਿੰਦੇ ਆ ਮੈਰਿਜਸ ਦੇ ਵਿੱਚ ਬਿਲੀਵ ਨਹੀਂ ਕਰਦੇ ਸੋ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਪਬਲਿਕਲੀ ਅਬਾਊਟ ਹਿਸ ਮੈਰਿਜ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਟਾਈਮ ਨਹੀਂ ਹੈ ਸਭ ਸੋਚਣ ਦਾ ਔਰ ਉਹਨਾਂ ਨੇ ਆਪਣੀ ਬ੍ਰਹਮਚਾਰੀ ਦੀ ਜਿਹੜੀ ਇਮੇਜ ਸੀ ਉਹ ਕ੍ਰੀਏਟ ਕੀਤੀ not only was there no marriage ceremony there was no marriage certificate but ਕਹਿੰਦੇ ਕਿ ਉਹਨਾਂ ਦੀ ਕਿ ਉਹਨਾਂ ਦਾ ਕੋਈ ਵੀ ਇੱਦਾਂ ਨਹੀਂ ਕਿ ਉੱਥੇ ਕੋਈ ਮੈਰਿਜ ਸੈਰੇਮਨੀ ਨਹੀਂ ਹੋਈ ਕੋਈ ਉਹਦਾ ਮੈਰਿਜ ਸਰਟੀਫਿਕੇਟ ਵੀ ਨਹੀਂ ਹੈ ਬਟ ਦ ਫੈਕਟ ਰਿਮੇਨਸ ਦੈਟ ਸੁਭਾਸ਼ ਮੀਨਸ ਸੁਭਾਸ਼ ਚੰਦਰ ਬੋਸ ਐਂਡ ਐਮਿਲੀ ਵਰ ਮੈਨ ਐਂਡ ਵਾਈਫ there is a overwhelming evidence means proof overwhelming evidence means strong proof ਇਹਦਾ ਇੱਕ strong proof ਵੀ ਹੈ to prove that including a letter he wrote to his brother Sarath and not at least the existence of Anita their daughter ਇਹਦਾ ਸਬੂਤ ਕਿੱਥੇ ਆ ਕਿ ਉਹਨਾਂ ਨੇ ਇੱਕ ਵਾਰ ਆਪਣੇ ਬ੍ਰਦਰ ਸਰਤ ਨੂੰ ਲੈਟਰ ਲਿਖਿਆ ਸੀ ਉਹਦੇ ਵਿੱਚ ਉਹਨਾਂ ਨੇ ਆਪਣੀ ਡਾਟਰ ਅਨੀਤਾ ਦਾ ਜ਼ਿਕਰ ਕੀਤਾ ਸੀ ਤਾਂ ਉਹਦੇ ਤੋਂ ਕਲੀਅਰ ਹੁੰਦਾ ਹੈ ਕਿ ਹੀ ਵਾਸ ਮੈਰਿਡ I have an argument on the Boss-Hitler relationship. Benagel makes Boss more anti-Hitler than he was. So Hitler कौन सी ਜਰਮਨੀ ਦੇ ਵਿੱਚ ਇੱਕ ਡਿਕਟੇਟਰ ਸੀ ਜਰਮਨੀ ਦੇ ਵਿੱਚ ਉੱਥੋਂ ਦਾ ਰਾਜਾ ਸੀ ਹਿਟਲਰ ਤਾਂ ਉਹਨਾਂ ਨੇ ਕਹਿੰਦੇ ਕਿ ਮੈਂ ਇਸ ਫਿਲਮ ਦੇ ਵਿੱਚ ਇੱਕ ਹੋਰ ਮੇਰਾ ਜਿਹੜਾ ਆਰਗੂਮੈਂਟ ਹੈ ਕਿ ਜੋ ਬੌਸ ਹਿਟਲਰ ਰਿਲੇਸ਼ਨਸ਼ਿਪ ਦਿਖਾਇਆ ਗਿਆ ਜੋ ਸ਼ਾਮ ਬੈਨੇਕਲ ਫਿਲਮ ਡਾਇਰੈਕਟਰ ਸੀਗੇ
उन्होंने बॉस नू एंटी हिटलर दिखाया, मतलब कि हिटलर दे अगेंस्ट दिखाया है दैन ही वॉज, बट एक्चुअली वो इन्ने अगेंस्ट नहीं सी हिटलर दे जिन्ना दिखाया गया। ट्रू इन वेरी डिफरेंट सर्कमस्टेंसिस। कहते बिल्कुल ठीक है, जदों कुछ होर सर्कमस्टेंसिस सी, जदों कोई होर सिचुएशन सी इन वॉर टाइम जर्मनी, बॉस मेनटेन्ड हिज इंडिपेंडेंस फ्रॉम द नाजीज एंड वॉज प्रिपेयर टू बी क्रिटिकल ऑफ हिटलर्स पॉलिसीज़। ਕਹਿੰਦੇ कि ਪਹਿਲਾਂ ਉਹ ਹਿਟਲਰ ਦੇ ਅਗੇਂस्ट ਨਹੀਂ ਸੀ, ਪਰ ਜਦੋਂ कि ਜਰਮਨੀ ਦੇ ਵਿੱਚ ਜੰਗ ਛਿੜ ਗਈ ਸੀ, ਵॉर टाइम हो गया सी, उस टाइम के उत्ते बॉस ने अपने आप नू नाजीज़ किन्हां नू किया जाता है, जर्मन लोगों के लिए होर जिहड़ा शब्द यूज़ किया जाता उन्होंने नाजीज़ कहते हैं। सो उन्होंने अपने आप नू अलग कर लिया सी नाजीज़ तो, मतलब जर्मन तो, और वो प्रिपेयर्ड सीगे कि वो काहदे लई प्रिपेयर्ड सीगे, हिटलर दियां पॉलिसीज़ नू क्रिटिसाइज़ करन दे लई, उन्हां दी निंदा करन दे लई। However, it's not quite true to say, as Benagel does, that when Boss met Hitler, he lectured the German. He did not. कहते उस टाइम ते जो वॉर सी, उस टाइम ते सुभाष चंद्र बोस ने ज़रूर हिटलर दे बारे बुरा किया, अदरवाइज़ नहीं। तो जो शाम बेनेगल ने दिखाया अपनी फिल्म दे विच कि जदों भी बॉस जिहड़े आ हिटलर नू जर्मन दे विच मिले तो उन्होंने जर्मनी दे विच जदों मिले तो उन्होंने सुभाष चंद्र बोस ने हिटलर नू काफ़ी लैक्चर दिता, उन्होंने काफ़ी कुछ समझाने की कोशिश की, बट एक्चुअली ऐदा नहीं सी। Hitler kept Boss waiting for a long time, for more than a year, before he finally met him. And at the start of that awful, fateful meeting, बॉस प्रेज्ड हिटलर एज ए ग्रेट रेवोल्यूशनरी। तो एक्चुअली उन्होंने मीटिंग जी है, हिटलर कैप्ट बॉस वेटिंग फॉर अ लॉन्ग टाइम। पहला तो उन्होंने जर्मनी दे विच मीटिंग ही नहीं हुई, काफ़ी देर बॉस मिलना चाहते सी हिटलर नू, लेकिन हिटलर ने बॉस नू काफ़ी वेट करवाई फॉर मोर दैन अ ईयर, 1 साल उन्होंने एटलीस्ट उन तो वेट करवाई उन्होंने फाइनली मिलन तो पहला। At the start of that awful means bad, fateful मीटिंग है ना, जिहड़ी बदकिस्मत मीटिंग सीगी, उहदे विच सगों बॉस ने प्रेज़ कीता सी हिटलर नू, ते उन्हां नू कहा सीगा कि तुसी तां एक रेवोल्यूशनरी आ, तुसी एक रेवोल्यूशन लैके आए आ जर्मनी दे विच, एक चेंज लैके आए सी, तुसी जर्मनी नू जिहड़ी जर्मनी सी और पहलां जर्मनी भी गुलाम सी, उन्हां नू उन्हां दे गुलामी तो कढ के तुसी एक रेवोल्यूशन लैके आए आ और जर्मनी नू गुलामी तो बाहर कढ़िया। इस तरह उन्होंने बॉस ने सुभाष चंद्र बोस ने हिटलर की प्रेज़ की सी, उन्होंने ग्रेट रेवोल्यूशनरी कह के, एंड आस्क्ड हिज एडवाइस ऑन हाउ टू गैट इंडिपेंडेंस फॉर इंडिया। जिदा आप इंडिया दे विच रेवोल्यूशनरी किन्हां नूं कहते हैं, जिदा शहीद भगत सिंह जी नूं, जिन्हां ने विद्रोह किया, अंग्रेज़ों का विद्रोह किया। सो उन्होंने सुभाष चंद्र बोस ने पहला हिटलर की प्रेज़ की ते कहा कि तुसी बहुत अच्छे ग्रेट रेवोल्यूशनरी हैं, तो उन्होंने उदा तो एडवाइस भी मंगी सी, सलाह भी मंगी सी कि इंडिया किस तरह आज़ाद हो सकता है। देयर इज़ अ फुल रिकॉर्ड ऑफ बॉस हिटलर मीटिंग kept by Hitler's interpreter Schedmid, and it's clear that Benagel has taken major historical liberties to present Boss in a glorious light. कहते कि उहदे तां इन्हां दी मीटिंग दा सुभाष चंद्र बोस और हिटलर दी मीटिंग दा पूरा रिकॉर्ड है, और वो किने रखिया सी वो रिकॉर्ड, हिटलर दा एक इंटरप्रेटर सी। ओबवियसली सुभाष चंद्र बोस हिंदी बोलते होने हैं, तो हिटलर वॉज नॉट नोन टू हिंदी लैंग्वेज, तो वो हिटलर दा इंटरप्रेटर सी शमिट, तो उन्होंने ओदा दी मीटिंग दा उहदे कोल पूरा रिकॉर्ड सी कि उन्हां दे विच की गलबात हुई। लेकिन शाम बेनेगल ने, फिल्म डायरैक्टर ने, बहुत ही हिस्टोरिकल लिबर्टी, मतलब इत्थे आपां लिबर्टी कमांगे कि हिस्टोरिकल लिबर्टी, जो इतिहास सी उहदे तो काफ़ी हट गए, अपनी आज़ादी का फ़ायदा उठाया, अपनी मन मर्जी दे नाल इतिहास नू, हिस्टरी नू पेश करन दी कोशिश की है। जस्ट क्यों इस तरह उन्होंने किया,
ਬੌਸ ਨੂੰ ਗਲੋਰੀਅਸ ਲਾਈਟ ਦੇ ਵਿੱਚ ਦਿਖਾਉਣ ਨੂੰ, ਬੌਸ ਦੀ ਕਾਫੀ ਤਾਰੀਫ ਕਰਨ ਦੇ ਲਈ, ਉਹਨਾਂ ਨੂੰ ਬਹੁਤ ਅੱਛਾ ਗਲੋਰੀਅਸ ਮਹਾਨ ਦਿਖਾਉਣ ਦੇ ਲਈ ਉਹਨਾਂ ਨੇ ਸਭ ਕੀਤਾ। ਜਿਹੜੀ ਚੀਜ਼ ਉਹਨਾਂ ਨੂੰ ਲੱਗੀ ਕਿ ਬੌਸ ਦੇ ਬਾਰੇ ਇਹ ਚੀਜ਼ ਜਿਹੜੀ ਹੈ ਬੁਰਾ ਇੰਪੈਕਟ ਪਾ ਸਕਦੀ ਹੈ ਇੰਡੀਅਨ ਲੋਕਾਂ ਦੀ ਸੋਚ 'ਤੇ, ਉਹ ਉਹਨਾਂ ਨੇ ਨਹੀਂ ਦਿਖਾਈ। ਬੌਸ ਵਾਜ਼ ਨਾਟ ਅ ਨਾਜ਼ੀ ਸਟੂਜ ਮਤਲਬ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਅਸਿਸਟੈਂਟ ਜਾਂ ਇੱਥੇ ਫੇਵਰ ਕਰਨ ਵਾਲਾ, ਬਟ ਨਾਈਦਰ ਡਿਡ ਹੀ ਬੈਟਲ ਹਿਟਲਰ ਇਨ ਦਾ ਵੇ ਡਿਪਿਕਟਡ ਇਨ ਦਾ ਫਿਲਮ। ਆਪਾਂ ਇਹ ਨਹੀਂ ਕਹਿੰਦੇ ਕਿ ਬੌਸ ਸੁਭਾਸ਼ ਚੰਦਰ ਬੌਸ ਜਿਹੜੇ ਸੀਗੇ ਉਹ ਜਰਮਨ ਸਟੂਜ ਸੀਗੇ ਜਾਂ ਨਾਜ਼ੀ ਸਟੂਜ ਸੀਗੇ। ਸਟੂਜ ਮਤਲਬ ਉਹਨਾਂ ਦੇ ਅਸਿਸਟੈਂਟ ਜਾਂ ਉਹਨਾਂ ਦੇ ਫੇਵਰ ਕਰਨ ਵਾਲੇ, ਬਟ ਜਿਸ ਤਰ੍ਹਾਂ ਹਿਟਲਰ ਦੇ ਨਾਲ ਲੜਾਈ ਕਰਦਿਆਂ ਹੋਇਆਂ, ਬੈਟਲ ਕਰਦਿਆਂ ਹੋਇਆਂ ਫਿਲਮ ਦੇ ਵਿੱਚ ਸ਼ਾਮ ਬੈਨੇਗਲ ਨੇ ਸੁਭਾਸ਼ ਚੰਦਰ ਬੌਸ ਨੂੰ ਦਿਖਾਇਆ ਆ, ਇਸ ਤਰ੍ਹਾਂ ਵੀ ਐਕਚੁਅਲੀ ਨਹੀਂ ਹੋਇਆ ਆ। Boss was far-sighted in seeking foreign help to get rid of the British। ਪਰ ਕਹਿੰਦੇ ਮੈਂ ਇਸ ਚੀਜ਼ ਨੂੰ ਬੁਰਾ ਨਹੀਂ ਮੰਨਦਾ ਸੁਭਾਸ਼ ਚੰਦਰ ਬੋਸ ਜੀ ਦੀ, ਸਗੋਂ ਮੈਂ ਉਹਨਾਂ ਨੂੰ ਕਹਾਂਗਾ ਉਹ far-sighted ਸੀਗੇ, ਦੂਰ ਅੰਦੇਸ਼ੀ ਸੀਗੇ, ਫਿਊਚਰ ਨੂੰ ਦੇਖਣ ਵਾਲੇ ਸੀਗੇ, ਔਰ ਉਹ ਸੀਕਿੰਗ ਫੋਰਨ ਹੈਲਪ ਲੈਣਾ ਚਾਹੁੰਦੇ ਸੀ। ਕਿਸ ਕੰਮ ਦੇ ਲਈ? ਬ੍ਰਿਟਿਸ਼ਰਸ ਤੋਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ। All successful liberation movements, starting with the George Washington's War of American Independence 1783 have done that। ਇਹ ਤਾਂ ਕਹਿੰਦੇ ਐਕਚੁਅਲੀ ਸਾਰਿਆਂ ਨੇ ਕੀਤਾ ਆ, ਜਿੰਨੀਆਂ ਵੀ ਲਿਬਰੇਸ਼ਨ ਮੂਵਮੈਂਟਸ ਦੇਖ ਲਓ ਸਕਸੈਸਫੁਲ, ਜਿਹੜੀਆਂ ਕਿ ਸਫਲ ਹੋਈਆਂ। ਲਿਬਰੇਸ਼ਨ ਮੂਵਮੈਂਟਸ ਕਿਹੜੀਆਂ? ਫਰੀडम ਮੂਵਮੈਂਟ, ਆਜ਼ਾਦੀ ਦੀਆਂ ਲੜਾਈਆਂ, ਜਿਹੜੀਆਂ ਕਿ ਕਿੱਥੋਂ ਸਟਾਰਟ ਹੋਈਆਂ ਆ? ਵਾਸ਼ਿੰਗਟਨਸ ਵਾਰ ਆਫ ਅਮੈਰੀਕਨ ਇੰਡੀਪੈਂਡੈਂਸ ਤੋਂ ਸ਼ੁਰੂ ਹੋਈਆਂ ਸੀ 1783 ਦੇ ਵਿੱਚ, ਅਤੇ ਸਾਰਿਆਂ ਨੇ ਹੈਵ ਡਨ ਦੈਟ, ਸਾਰਿਆਂ ਨੇ ਹੀ ਫੋਰਨ ਹੈਲਪ ਲੈ ਕੇ ਹੀ ਆਪਣੇ ਦੇਸ਼ ਦੇ ਵਿੱਚੋਂ, ਇਸ ਤਰ੍ਹਾਂ ਜਿਹੜੇ ਉਹਨਾਂ ਦੇ ਦੇਸ਼ ਦੇ ਵਿੱਚ ਕੋਈ ਬਾਹਰੀ ਤਾਕਤਾਂ ਆ ਕੇ ਉਹਨਾਂ ਨੂੰ ਗੁਲਾਮ ਬਣਾ ਰਹੀਆਂ ਸੀ, ਉਹਨਾਂ ਨੂੰ ਬਾਹਰ ਕੱਢਣ ਦੇ ਲਈ ਉਹਨਾਂ ਨੇ ਹੈਲਪ ਲਈ ਹੈ, ਫੋਰਨ ਹੈਲਪ ਲਈ ਹੈ। Boss' tragedy was that the only conceivable foreign help here means possible foreign help, ਉਹਨਾਂ ਨੂੰ ਜਿਹੜੀ ਲੱਗੀ ਕਿ ਮੇਰੇ ਲਈ possible foreign help ਕਿਹੜੀ ਸੀ? was either from Hitler or from Stalin, both monsters। ਐਕਚੁਅਲੀ ਉਸ ਟਾਈਮ 'ਤੇ ਬੌਸ ਦੀ ਟ੍ਰੈਜਡੀ ਉਹਨਾਂ ਲਈ ਬੁਰਾ ਕੀ ਹੈ ਕਿ ਉਹਨਾਂ ਦੇ ਕੋਲ ਹੋਰ ਕੋਈ ਹੈਲਪ ਲਈ ਹੈ ਹੀ ਨਹੀਂ ਸੀ ਕਿ ਕਿਹਦੇ ਤੋਂ ਹੈਲਪ ਮੰਗਦੇ। ਉਹਨਾਂ ਦੇ ਕੋਲ ਸਿਰਫ ਕੌਣ ਅਵੇਲੇਬਲ ਸੀ? ਹਿਟਲਰ ਅਤੇ ਸਟੈਲਿਨ, ਬਟ ਦੋਨੋਂ ਹੀ ਕੀ ਸੀਗੇ? ਮੌਨਸਟਰ ਸੀਗੇ, ਡਿਕਟੇਟਰ ਸੀਗੇ, ਸ਼ੈਤਾਨ ਸੀਗੇ। Stalin did not even want to know about Boss. Hitler, rather the German Foreign Office staffed by anti-Hitler diplomats, did not want to deal with him either। लेकिन ਉਹਨਾਂ ਨੇ ਚਾਹੁੰਦੇ ਸੀ ਉਹਨਾਂ ਤੋਂ ਹੈਲਪ ਲੈਣਾ, ਲੇਕਿਨ ਉਹਨਾਂ ਨੇ ਹੈਲਪ ਨਹੀਂ ਕੀਤੀ। ਜੋ ਸਟੈਲਿਨ ਸੀ ਉਹਨਾਂ ਨੂੰ ਤਾਂ ਬੌਸ ਦੇ ਬਾਰੇ ਪਤਾ ਹੀ ਨਹੀਂ ਸੀ, ਸੁਭਾਸ਼ ਚੰਦਰ ਬੌਸ ਦੇ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਸੀ, ਉਹ ਜਾਣਨਾ ਹੀ ਨਹੀਂ ਸੀ ਚਾਹੁੰਦੇ। ਅਤੇ ਹਿਟਲਰ ਜਿਹੜਾ ਸੀ, ਰੈਦਰ ਦ ਜਰਮਨ ਫੋਰਨ ਆਫਿਸ ਸਟਾਫਡ ਬਾਏ ਐਂਟੀ ਹਿਟਲਰ ਡਿਪਲੋਮੈਟਸ। ਸੋ ਡਿਪਲੋਮੈਟਸ ਕੀ ਹੁੰਦੇ ਆ? ਜਿਹੜੇ ਕਿ ਰਾਜਦੂਤ ਹੁੰਦੇ ਆ, ਜਿਹੜੇ ਕਿ ਦੋ ਦੇਸ਼ਾਂ ਦੇ ਵਿੱਚ ਸਮਝੌਤਾ ਕਰਵਾਉਂਦੇ ਆ, ਜਾਂ ਉਹਨਾਂ ਦੀ ਗੱਲ ਇੱਕ ਦੂਜੇ ਦੀ ਗੱਲ ਇੱਕ ਨੇਸ਼ਨ ਦੀ ਦੂਜੇ ਨੇਸ਼ਨ ਕੋਲ ਪਹੁੰਚਾਉਂਦੇ ਆ। ਉੱਥੇ ਐਂਟੀ ਹਿਟਲਰ ਡਿਪਲੋਮੈਟਸ ਹੀ ਜ਼ਿਆਦਾਤਰ ਸੀ, ਜਿਹੜੇ ਕਿ ਹਿਟਲਰ ਦੇ ਅਗੇਂਸਟ ਹੀ ਸੀਗੇ। ਉਹਨਾਂ ਦੇ ਆਫਿਸ ਦੇ ਵਿੱਚ ਸਟਾਫ ਕੌਣ ਸੀ? ਐਂਟੀ ਹਿਟਲਰ ਲੋਕ ਹੀ ਸੀਗੇ। ਡਿਡ ਨਾਟ ਵਾਂਟ ਟੂ ਡੀਲ ਵਿਦ ਹਿਮ ਆਈਦਰ, ਅਤੇ ਔਰ ਸੁਭਾਸ਼ ਚੰਦਰ ਬੋਸ ਨਾਲ ਹਿਟਲਰ ਦੇ ਨਾਲ ਉਹਨਾਂ ਦੀ ਡੀਲਿੰਗ ਹੀ ਨਹੀਂ ਸੀ ਕਰਵਾਉਣਾ ਚਾਹੁੰਦੇ। As for assessing what Hitler stood for and the big menace means danger, Nazism posed to India, far bigger than British rule, it was Nehru who had a clearer concept, not the boss। ਸੋ ਜੇ ਆਪਾਂ ਹਿਟਲਰ ਦਾ ਅਸੈਸਿੰਗ ਕਰੀਏ ਕਿ ਹਿਟਲਰ ਨੇ ਐਜ਼ ਫॉर ਅਸੈਸਿੰਗ ਵਾਟ ਹਿਟਲਰ ਸਟੂਡ ਫॉर ਮਤਲਬ ਕਿ ਹਿਟਲਰ ਦੀ ਕੀ ਪੋਲਿਸੀ ਸੀ, ਐਂਡ ਜੇ ਉਸ ਚੀਜ਼ ਦੀ ਅਸੈਸਮੈਂਟ ਕਰੀਏ ਅਤੇ ਜੋ ਇਹ ਬਿਗ ਮੈਨਸ ਮਤਲਬ ਡੇਂਜਰ, ਨਾਜ਼ਿਜ਼ਮ ਮਤਲਬ ਜਿਹੜੇ ਕਿ ਜਰਮਨ ਲੋਕ ਜਾਂ ਜਰਮਨੀ ਆਰਮੀ ਨੂੰ ਆਪਾਂ ਕਹਿ ਸਕਦੇ ਹਾਂ। ਇੰਡੀਆ ਦੇ ਲਈ
ਖਤਰਾ ਹੋ ਸਕਦਾ ਸੀ ਨਾ, ਜਰਮਨੀ ਆਰਮੀ ਦਾ ਇੰਡੀਆ ਨੂੰ ਖਤਰਾ ਹੋ ਸਕਦਾ ਸੀ, ਉਹ ਬ੍ਰਿਟਿਸ਼ ਰੂਲ ਤੋਂ ਵੀ ਕਿਤੇ ਜ਼ਿਆਦਾ ਸੀ। ਇਸ ਬਾਰੇ ਨਹਿਰੂ ਨੂੰ ਜ਼ਿਆਦਾ ਕਲੀਅਰ ਕੌਨਸੈਪਟ ਸੀਗਾ ਦੈਨ ਬੋਸ। ਜੋ ਜਵਾਹਰ ਲਾਲ ਨਹਿਰੂ ਸੀ, ਜੋ ਦੇਸ਼ ਦੇ ਪਹਿਲੇ ਪ੍ਰਾਈਮ ਮਿਨਿਸਟਰ ਬਣੇ ਆ, ਉਹ ਵੀ ਹੈਲਪ ਲੈ ਸਕਦੇ ਸੀਗੇ ਇਸ ਤਰ੍ਹਾਂ ਹਿਟਲਰ ਤੋਂ, ਬਟ ਉਹਨਾਂ ਨੂੰ ਪਤਾ ਸੀ ਕਿ ਅਗਰ ਅਸੀਂ ਹਿਟਲਰ ਤੋਂ ਹੈਲਪ ਲੈਂਦੇ ਹਾਂ ਤਾਂ ਹਿਟਲਰ ਦੀ ਜਿਹੜੀ ਆਰਮੀ ਆ ਜਾਂ ਹਿਟਲਰ ਹੈ ਉਹ ਨੈਕਸਟ ਔਰ ਇੰਡੀਆ ਨੂੰ ਆਪਣਾ ਗੁਲਾਮ ਬਣਾ ਸਕਦੇ ਆ। ਅਤੇ ਉਹਨਾਂ ਦਾ ਐਟੀਟਿਊਡ ਸੀ ਉਹ ਬ੍ਰਿਟਿਸ਼ ਰੂਲ ਦੇ ਨਾਲੋਂ ਵੀ ਜ਼ਿਆਦਾ ਡੇਂਜਰਸ ਸੀਗਾ। ਦ ਫਿਲਮ ਡਜ਼ ਨਾਟ ਗੋ ਇਨ ਟੂ ਆਲ ਦਿਸ ਐਂਡ ਦੈਟ ਇਜ਼ ਅ ਪਿਟੀ। ਲੇਕਿਨ ਫਿਲਮ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਦਿਖਾਇਆ ਗਿਆ, ਔਰ ਇਹ ਜਿਹੜੀ ਗੱਲ ਹੈ ਕਾਫੀ ਪਿਟੀ ਤਰਸਯੋਗ ਹੈ। Benegal overdosed the battle scenes in Imphal and Burma and presents the INA. INA means Indian National Army in a more glorious light than justified by historical records. उन्होंने बेनेगल ने अपनी फिल्म दे विच ओवरडोज कादी पाई है, बैटल सीन्स ही पाई है जिहड़ी कित्थे हुई है, इंफल ते बर्मा दे विच हुई है। तो उन्होंने हिस्टोरिकल रिकॉर्ड इस तरह के कोई है ही नहीं है जिस तरह उन्होंने इंडियन नैशनल आर्मी नू एक ग्लोरीअस लाइट दे विच पेश करने की कोशिश की है। The INA's contribution to the battle was negligible and hardly heroic. So उन्हां दी एक्चुअली जिहड़ी कॉन्ट्रीब्यूशन सीगी इन्हां बैटल्स दे विच निगलीजिबल सी। निगलीजिबल मतलब ना मात्र सीगी, और हार्डली हीरोइक कोई बिना दे विच कोई बहुत वड्डा उन्होंने हीरोइज्म कोई बहादुरी नहीं सी दिखाई। बॉस INA was basically opposed by Indians fighting for British। सगों इन्हां दी इंडियन नैशनल आर्मी नू कौन ओपोज कर रहा सी, कौन विद्रोह कर रहा सी, ਉਹ ਇੰਡੀਅਨਸ ਜਿਹੜੇ ਕਿ ਅੰਗਰੇਜ਼ਾਂ ਦੇ ਨਾਲ ਲਈ ਕੀ ਕਰ ਰਹੇ ਸੀ, ਲੜ ਰਹੇ ਸੀ। ਆਲਮੋਸਟ 2.8 million Indians fought for British during the Second World War and the largest volunteer army in the world, far more than those with Bose। सो वो जोड़े इंडियंस कौन सीगे, वो किन्ने सी 2.8 मिलियन इंडियन सीगे जिन्हां ने अंग्रेज़ां दा सैकेंड वर्ल्ड वॉर दे विच साथ दिता सीगा। ये सब तो वड्डी वॉलंटियर लार्जेस्ट वॉलंटियर आर्मी सीगी पूरी दुनिया दे विच मन्नी जांदी, और बॉस तो काफ़ी वड्डी ये आर्मी सीगी। Benegal does not develop on this dimension, और इस चीज़ दे उत्ते तो उन्होंने बिल्कुल भी गहराई दे विच जान दी कोशिश ही नहीं की। We are presented with the boss versus British fight when in reality it was boss versus British plus Indian collaborators। और उन्होंने इस चीज़ के उत्ते तो बिल्कुल भी डिवेल्प करना मतलब गहराई च नहीं गए। तो उन्होंने बॉस नू दिखाया गया कि बॉस की आर्मी जिहड़ी है अंग्रेज़ों के खिलाफ लड़ रही सी, बट एक्चुअली ये की सीगी बॉस आर्मी वर्सिस किहदी आर्मी, ब्रिटिश आर्मी प्लस इंडियन कोलैबोरेटर्स। वो पूरी आर्मी जिहड़ी सी वो एक्चुअली ब्रिटिश आर्मी नहीं सी कली, इंडियंस नू भी ब्रिटिशर्स ने अपनी आर्मी दे विच लै लिया सी। सो उस टाइम ते इंडियंस भी वो नाल सीगे ਜਿਹੜੇ ਕਿ ਲੜ ਰਹੇ ਸੀ। Indeed means in reality, Boss' last jail spell in Kolkata was during the Muslim League-led ministry in Bengal that Boss was trying to bring down. So उन्हां दा Boss last spell जिहड़ा jail spell मतलब कि जदों जेल दे विच जिहड़ा उन्होंने अपना कोई करिश्मा दिखाया वो कोलकाता दे विच सीगा, जदों कि जिहड़ी कि मुस्लिम लीग जिहड़ी मिनिस्ट्री सी, मतलब कि मुस्लिम लीग जिहड़ी आ उस टाइम ते ज़्यादा लीड कर रही सीगी बंगाल दे विच। ते बॉस जिहड़ा ट्राई कर रहा सीगा, सुभाष चंद्र बोस ट्राई कर रहे सीगे मुस्लिम लीग नू नीचे लैके आउण दी, ब्रिंग दैम डाउन मतलब कि उन्होंने नीवा दिखाउण दी जां उन्होंने मिनिस्ट्री तो हटाउण दी कोशिश कर रही सी।
Perhaps that is a story for another film. How a majority of Indians collaborated with the British. The British never have ruled India for a single day without Indian help, and it was only after the INA trials, when the loyalty of British Indian Army became suspect, did the British realize that they could not hold on to India. ਸੋ ਕਹਿੰਦੇ ਕਿ ਪਰਹੈਪਸ ਦੈਟ ਇਜ਼ ਦਾ ਸਟੋਰੀ ਫॉर ਅਨਦਰ ਫਿਲਮ। ਉਹ ਇਹ ਸਾਰਾ ਉਹਨਾਂ ਦਾ ਮੁਸਲਿਮ ਲੀਗ ਦੇ ਨਾਲ ਜੋ ਵੀ ਹੋਇਆ ਉਹ ਸ਼ਾਇਦ ਉਹਨਾਂ ਨੇ ਬੈਨੇਗਲ ਨੇ ਇੱਕ ਹੋਰ ਫਿਲਮ ਦੇ ਲਈ ਸਟੋਰੀ ਰੱਖੀ ਹੋਵੇ। ਪਰ ਆਪਾਂ ਦੇਖਿਆ ਹੈ ਕਿ ਕਿਸ ਤਰ੍ਹਾਂ ਮੈਜੋਰਿਟੀ ਆਫ ਇੰਡੀਅਨਸ ਜਿਹੜੇ ਆ ਕੋਲੈਬੋਰੇਟ ਹੋ ਗਏ ਸੀ, ਜੁੜ ਗਏ ਸੀ ਬ੍ਰਿਟਿਸ਼ ਦੇ ਨਾਲ। ਬ੍ਰਿਟਿਸ਼ਰਸ ਕਦੇ ਵੀ ਇੰਡੀਆ 'ਤੇ ਰੂਲ ਨਾ ਕਰ ਪਾਉਂਦੇ ਫॉर ਅ ਸਿੰਗਲ ਡੇ ਵਿਦਾਊਟ ਇੰਡੀਅਨ ਹੈਲਪ। ਆਪਾਂ ਦੇਖਿਆ ਹੀ ਹੈ 1857 ਦਾ ਰਿਵੋਲਟ ਵੀ ਇੰਡੀਆ ਕੁਛ ਰਾਜਿਆਂ ਦਾ ਅੰਗਰੇਜ਼ਾਂ ਦੇ ਨਾਲ ਮਿਲਣ ਕਰਕੇ ਹੀ ਫੇਲ ਹੋਇਆ ਸੀ। ਜਾਂ ਜਦੋਂ ਵੀ ਆਪਾਂ ਦੇਖਿਆ ਆ ਕਿ ਸਾਡੀ ਜਿਹੜੀ ਇਹ ਫਰੀडम ਸਟਰਗਲ ਫੇਲ ਹੋਈ ਹੈ ਤਾਂ ਇੰਡੀਅਨ ਲੋਕਾਂ ਨੇ ਹੀ ਜਾ ਕੇ ਬ੍ਰਿਟਿਸ਼ਰਸ ਦੇ ਨਾਲ ਮਿਲ ਗਏ, ਉਹਨਾਂ ਦੀ ਹੈਲਪ ਕਰਨ ਲੱਗ ਗਏ, ਤਾਂ ਹੀ ਇਸ ਤਰ੍ਹਾਂ ਹੋਇਆ ਸੀ। ਪਰ ਜਦੋਂ ਬ੍ਰਿਟਿਸ਼ਰਸ ਨੇ ਦੇਖਿਆ ਆਫਟਰ ਦਾ INA ਟਰਾਇਲਸ ਕਿ ਇੰਡੀਅਨ ਨੈਸ਼ਨਲ ਆਰਮੀ ਬਹੁਤ ਬਹਾਦਰੀ ਨਾਲ ਲੜ ਰਹੀ ਹੈ, ਵੈਨ ਦਾ ਲੋਇਲਟੀ ਆਫ ਬ੍ਰਿਟਿਸ਼ ਇੰਡੀਅਨ ਆਰਮੀ ਬਿਕੇਮ ਸਸਪੈਕਟਡ, ਅਤੇ ਉਹਨਾਂ ਦੇ ਮਨ 'ਚ ਸ਼ੱਕ ਪੈ ਗਿਆ ਕਿ ਜਿਹੜੇ ਇੰਡੀਅਨਸ ਅਸੀਂ ਆਪਣੀ ਆਰਮੀ ਦੇ ਵਿੱਚ ਲਏ ਹੋਏ ਆ ਉਹ ਵੀ ਕਿਤੇ ਸਾਡੇ ਖਿਲਾਫ ਹੀ ਤਾਂ ਨਹੀਂ ਉਹਨਾਂ ਦੇ ਨਾਲ ਮਿਲੇ ਹੋਏ। ਡਿਡ ਦਾ ਬ੍ਰਿਟਿਸ਼ ਰਿਅਲਾਈਜ਼ ਦੈਟ ਦੇ ਕੁਡ ਨਾਟ ਹੋਲਡ ਔਨ ਟੂ ਇੰਡੀਆ, ਅਤੇ ਉਸ ਟਾਈਮ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਹੁਣ ਸਾਡਾ ਜਿਹੜੀ ਪਕੜ ਹੈ ਇੰਡੀਆ ਦੇ ਉੱਤੇ ਜਿਹੜਾ ਹੋਲਡ ਹੈ ਉਹ ਸਾਡਾ ਘਟਦਾ ਜਾ ਰਿਹਾ ਹੈ। ਇੰਡੀਅਨ ਨੈਸ਼ਨਲ ਆਰਮੀ ਬਣ ਗਈ ਹੈ, ਹੋ ਸਕਦਾ ਹੈ ਕਿ ਸਾਰੇ ਇੰਡੀਅਨਸ ਜਿਹੜੇ ਸਾਡੇ ਆਰਮੀ ਦੇ ਵਿੱਚ ਹੈ ਉਹ ਉਹਨਾਂ ਦੇ ਨਾਲ ਜਾ ਕੇ ਮਿਲ ਜਾਣ ਅਤੇ ਸਾਡੇ 'ਤੇ ਅਟੈਕ ਕਰਨ ਅਤੇ ਸਾਨੂੰ ਇੱਥੋਂ ਇੰਡੀਆ ਤੋਂ ਭਜਾ ਦੇਣ। ਅਤੇ ਇਸ ਲਈ ਉਹ ਇਸ ਚੀਜ਼ ਨੂੰ ਲੈ ਕੇ ਉਹਨਾਂ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਗਿਆ ਅਤੇ ਉਹਨਾਂ ਨੇ ਦੇਸ਼ ਛੱਡਣ ਦਾ ਫੈਸਲਾ ਕੀਤਾ ਸੀ। However, the film is beautifully done, and the parts I like the best are the ones describing Boss' escape from his home in Kolkata by Afghanistan to Berlin। लेकिन कहते इस फिल्म ਦੇ ਵਿੱਚ ਕੁਝ ਅੱਛੀਆਂ ਚੀਜ਼ਾਂ ਵੀ ਹੈ, ਔਰ ਉਹਦੇ ਵਿੱਚੋਂ ਜਿਹੜੀ ਚੀਜ਼ ਮੈਨੂੰ ਸਭ ਤੋਂ ਜ਼ਿਆਦਾ ਅੱਛੀ ਲੱਗੀ ਹੈ ਆਈ ਲਾਈਕ ਦ ਬੈਸਟ ਉਹ ਇਹ ਹੈ ਕਿ ਬੌਸ ਜਦੋਂ ਐਸਕੇਪ ਕਰਦੇ ਆ, ਭੱਜਦੇ ਆ ਆਪਣੇ ਘਰ ਤੋਂ ਕੋਲਕਾਤਾ ਤੋਂ ਬਾਏ ਅਫਗਾਨਿਸਤਾਨ ਹੁੰਦੇ ਹੋਏ ਉਹ ਕਿੱਥੇ ਪਹੁੰਚਦੇ ਆ ਬਰਲਿਨ ਮਤਲਬ ਕਿ ਜਿਹੜਾ ਕਿ ਜਰਮਨੀ ਦੇ ਵਿੱਚ ਹੈ। ਹੇਅਰ ਬੈਨੇਗਲ ਇਜ਼ ਅ ਮਾਸਟਰਫੁਲ ਫਿਲਮ ਮੇਕਰ। ਜਿਹੜਾ ਉਹਨਾਂ ਨੇ ਇਹ ਸੀਨ ਸਾਰਾ ਦਿਖਾਇਆ ਉਹਦੇ ਵਿੱਚ ਉਹ ਬੈਨੇਗਲ ਸਾਡੇ ਸਾਹਮਣੇ ਇੱਕ ਬਹੁਤ ਹੀ ਅੱਛੇ ਫਿਲਮ ਮੇਕਰ ਦੇ ਸਾਹਮਣੇ ਰੂਪ ਦੇ ਵਿੱਚ ਆਉਂਦੇ ਆ। ਇਨ ਰੀਅਲ ਲਾਈਫ ਵੈਨ was told he had left British India and was now in a free tribal land boarding Afghanistan, he jumped, stamped his feet on the ground and shouted, "Here I kick George VI, here I spit in the face of the Viceroy." ਅਤੇ ਜਦੋਂ ਉਹ ਕੋਲਕਾਤਾ ਛੱਡ ਕੇ ਅਫਗਾਨਿਸਤਾਨ ਪਹੁੰਚ ਗਏ ਸੀ ਤਾਂ ਬੌਸ ਨੂੰ ਪਤਾ ਚੱਲਿਆ, ਸੁਭਾਸ਼ ਚੰਦਰ ਬੋਸ ਨੂੰ ਦੱਸਿਆ ਗਿਆ ਕਿ ਉਹਨਾਂ ਨੇ ਬ੍ਰਿਟਿਸ਼ ਇੰਡੀਆ ਹੁਣ ਛੱਡ ਦਿੱਤਾ ਆ, ਉਹ ਖ਼ਤਮ ਹੋ ਗਿਆ। ਇੰਡੀਆ ਦੀ ਜਿਹੜੀ ਲੈਂਡ ਸੀਗੀ, ਜਿਹੜਾ ਚੀਜ਼ ਇੰਡੀਆ ਦੇ ਕਬਜ਼ੇ 'ਚ ਆਉਂਦਾ ਆ ਉਹ ਧਰਤੀ ਜਿਹੜੀ ਉਹ ਖ਼ਤਮ ਹੋ ਗਈ ਹੈ ਅਤੇ ਹੁਣ ਉਹ ਫਰੀ ਟਰਾਈਬਲ ਲੈਂਡ 'ਤੇ ਆ, ਇੱਕ ਇੱਦਾਂ ਦੀ ਲੈਂਡ ਜਿਹੜੀ ਕਿ ਫਰੀ ਹੈ ਜਿੱਥੇ ਕਬੀਲੇ ਰਹਿੰਦੇ ਆ। ਬੋਰਡਿੰਗ ਪਾਕਿਸਤਾਨ ਅਤੇ ਬੋਰਡਿੰਗ ਅਫਗਾਨਿਸਤਾਨ ਅਤੇ ਇੱਥੋਂ ਉਹਨਾਂ ਨੇ ਅੱਗੇ ਜਿਹੜਾ ਆ ਅਫਗਾਨਿਸਤਾਨ ਵੱਲ ਰਵਾਨਾ ਹੋਣਾ ਆ। ਹੀ ਜੰਪਡ, ਉਹ ਇੱਕਦਮ ਜੰਪ ਕਰਦੇ ਆ। ਸਟੈਂਪਡ ਹਿਜ਼ ਫੀਟ ਔਨ ਦਾ ਗਰਾਊਂਡ, ਅਤੇ ਆਪਣਾ ਪੈਰ ਬਹੁਤ ਜ਼ੋਰ ਦੇ ਨਾਲ ਗਰਾਊਂਡ ਦੇ ਉੱਤੇ ਮਾਰਦੇ ਆ ਅਤੇ ਕਹਿੰਦੇ ਆ ਕਿ ਹੇਅਰ ਆਈ ਕਿਕ ਜਾਰਜ VI, ਕਿ ਜਾਰਜ VI ਉਸ ਟਾਈਮ 'ਤੇ ਇੰਗਲੈਂਡ ਦੇ ਰਾਜਾ ਸੀ ਉਸ ਟਾਈਮ ਦੇ ਉੱਤੇ, ਤਾਂ ਉਹਨਾਂ ਨੇ ਕਿਹਾ ਕਿ ਮੈਂ ਉਹਨੂੰ ਕਿਕ ਕਰਦਾ ਆ ਅਤੇ ਮੈਂ ਜਿਹੜਾ ਇੰਡੀਆ ਦੇ ਵਿੱਚ ਵਾਇਸ ਰੋਏ ਹੈ ਇਹ ਬ੍ਰਿਟਿਸ਼ਰਸ ਦਾ ਉਹਦੇ ਮੂੰਹ 'ਤੇ ਸਪਿਟ ਕਰਦਾ। ਸਪਿਟ ਕਰਨਾ ਮਤਲਬ ਉਹਦੇ ਮੂੰਹ 'ਤੇ ਥੁੱਕਦਾ ਆ। In the film, Boss asks Bhagat Ram, his guide, for a coin
ਵਿਦ ਜॉर्ज 6 ਫੇਸ ਔਨ ਇਟ। ਤੇ ਫਿਲਮ ਦੇ ਵਿੱਚ ਇਸ ਸੀਨ ਨੂੰ ਕਿਸ ਤਰ੍ਹਾਂ ਦਿਖਾਇਆ ਕਿ ਬੌਸ ਜਿਹੜਾ ਹੈ, ਬੌਸ ਦੇ ਨਾਲ ਕੌਣ ਸੀ? ਭਗਤ ਰਾਮ ਸੀ, ਜੋ ਕਿ ਉਹਨਾਂ ਦਾ ਗਾਈਡ ਸੀ। ਉਹਨੇ ਹੀ ਦੱਸਿਆ ਸੀ ਕਿ ਆਪਾਂ ਬ੍ਰਿਟਿਸ਼ ਇੰਡੀਆ ਜਿਹੜਾ ਸਾਡਾ ਖਤਮ ਹੋ ਗਿਆ ਹੈ, ਅਸੀਂ ਹੁਣ ਫ੍ਰੀ ਟਰਾਈਬਲ ਲੈਂਡ 'ਤੇ ਹਾਂ, ਜਿਹਦੇ 'ਤੇ ਕੋਈ ਕੰਟਰੋਲ ਨਹੀਂ ਆ ਅੰਗਰੇਜ਼ਾਂ ਦਾ, ਅਤੇ ਇੱਥੋਂ ਹੁਣ ਅਸੀਂ ਅਫਗਾਨਿਸਤਾਨ ਵੱਲ ਜਾਣਾ ਆ। ਅਤੇ ਉਹਨਾਂ ਨੇ ਉਹਦੇ ਤੋਂ ਕਿਹਾ ਕਿ ਤੇਰੇ ਕੋਲ ਕੋਈ ਸਿੱਕਾ ਹੈ ਜਿਹਦੇ ਉੱਤੇ ਜॉर्ज 6 ਦਾ ਫੇਸ ਬਣਿਆ ਹੋਵੇ, ਜਿਸ ਤਰ੍ਹਾਂ ਆਪਣੇ ਸਿੱਕਿਆਂ ਦੇ ਉੱਤੇ ਮਹਾਤਮਾ ਗਾਂਧੀ ਜੀ ਦਾ ਫੇਸ ਹੁੰਦਾ ਆ। ਹੀ ਦੈਨ ਟੋਸਿਸ ਦਾ ਕੋਇਨ ਔਨ ਟੂ ਦਾ ਗਰਾਊਂਡ। ਅਤੇ ਉਹਨਾਂ ਨੇ ਉਹ ਜਿਹੜਾ ਕੋਇਨ ਹੈ ਉਹਨੂੰ ਨੀਚੇ ਸੁੱਟਿਆ, ਟੋਸ ਕੀਤਾ, ਐਂਡ ਕਿਕਸ ਇਟ, ਉਹਦੇ 'ਤੇ ਕਿਕ ਕੀਤੀ ਅਤੇ ਉਹਦੇ 'ਤੇ ਹੀ ਉਹਨਾਂ ਨੇ ਸਪਿਟ ਕੀਤਾ, ਵਿਦ ਭਗਤ ਰਾਮ ਜੁਆਇਨਿੰਗ ਹਿਮ। ਅਤੇ ਜੋ ਸੁਭਾਸ਼ ਚੰਦਰ ਬੋਸ ਕਰ ਰਹੇ ਸੀ, ਸੇਮ ਚੀਜ਼ ਫਿਰ ਉਹਨਾਂ ਦੇ ਨਾਲ ਭਗਤ ਰਾਮ ਨੇ ਵੀ ਕੀਤੀ ਸੀ। ਸ਼ਾਮ ਬੈਨੇਗਲ ਮੇਕਸ ਦਿਸ ਸੀਨ ਆਲ ਮੋਰ ਡਰਾਮੈਟਿਕ। ਅਤੇ ਉਹਨਾਂ ਨੇ ਆਪਣੀ ਫਿਲਮ ਦੇ ਵਿੱਚ ਇਹਦੇ ਵਿੱਚ ਕਾਫੀ ਜ਼ਿਆਦਾ ਡਰਾਮਾ ਕ੍ਰੀਏਟ ਕਰਕੇ ਇਸ ਫਿਲਮ ਨੂੰ ਦਿਖਾਇਆ ਗਿਆ ਹੈ। ਆਈ ਵਿਸ਼ ਦ ਫਿਲਮ ਹੈਡ ਐਂਡਡ ਵਿਦ ਦ ਏਅਰ ਕ੍ਰੈਸ਼ ਦੈਟ ਕਿਲਡ ਬੌਸ। ਬੈਨੇਗਲ shows the plane taking off, then Emily, while peeling a fruit in Vienna, hears the news through the BBC broadcast। ਅਤੇ ਉਹ ਕਹਿੰਦੇ ਕਿ ਆਈ ਵਿਸ਼, ਮੈਂ ਚਾਹੁੰਦਾ ਸੀਗਾ ਕਿ ਉਹ ਫਿਲਮ ਨੂੰ ਕਿਸ ਤਰ੍ਹਾਂ ਐਂਡ ਕਰਦੇ, ਕਿ ਏਅਰ ਕ੍ਰੈਸ਼ ਦੇ ਥਰੂ ਦਿਖਾਉਂਦੇ, ਫਿਲਮ ਨੂੰ ਉੱਥੇ ਖ਼ਤਮ ਕਰਦੇ ਜਿੱਥੇ ਬੌਸ ਦੀ ਡੈਥ ਹੁੰਦੀ ਹੈ, ਜਿੱਥੇ ਬੌਸ ਮਾਰੇ ਜਾਂਦੇ ਆ। ਲੇਕਿਨ ਬੈਨੇਗਲ ਨੇ ਸਿਰਫ ਪਲੇਨ ਉੜਦਾ ਹੋਇਆ ਦਿਖਾਇਆ, ਅਤੇ ਫਿਰ ਉਹਨਾਂ ਨੇ ਐਮਿਲੀ ਨੂੰ ਦਿਖਾਇਆ ਕਿ ਜਿਹੜੀ ਕਿ ਕੋਈ ਫਰੂਟ ਛਿੱਲ ਰਹੀ ਸੀ, ਪੀਲ ਕਰਨਾ ਮਤਲਬ ਕਿ ਛਿੱਲ ਰਹੀ ਸੀ ਵਿਆਨਾ ਦੇ ਵਿੱਚ, ਅਤੇ ਉਹਨਾਂ ਨੂੰ BBC ਬ੍ਰੌਡਕਾਸਟ ਤੋਂ ਇਹ ਨਿਊਜ਼ ਮਿਲਦੀ ਆ। ਦ ਇੰਪਲੀਕੇਸ਼ਨ ਨਿਊਜ਼ ਕਾਹਦੀ ਮਿਲਦੀ ਆ? ਪਲੇਨ ਦੇ ਉੜਨ ਦੀ, ਜਾਂ ਕਿਸੇ ਪਲੇਨ ਨੂੰ ਦੇ ਏਅਰ ਕ੍ਰੈਸ਼ ਦੀ ਉਹਨਾਂ ਨੂੰ ਨਿਊਜ਼ ਮਿਲਦੀ ਆ। ਇਸ ਤੋਂ ਬਾਅਦ ਉੱਥੇ ਫਿਲਮ ਖ਼ਤਮ ਹੋ ਜਾਂਦੀ ਆ, ਅਤੇ ਫਿਲਮ ਦੇ ਵਿੱਚ ਕੁਛ ਨਹੀਂ ਦਿਖਾਇਆ ਗਿਆ ਅੱਗੇ। The implication is clear that Benegal perhaps felt that showing the crash would have been a final boss frontier too difficult to cross। ਅਤੇ ਉਹਨਾਂ ਨੇ ਸ਼ਾਇਦ ਇੱਥੋਂ ਕਹਿੰਦੇ ਇਹ ਚੀਜ਼ ਇੰਪਲਾਈ ਹੁੰਦੀ ਹੈ, ਇਹੀ ਚੀਜ਼ ਸਾਨੂੰ ਇਹੀ ਇੰਪਲੀਕੇਸ਼ਨ ਕਲੀਅਰ ਹੁੰਦੀ ਆ ਕਿ ਬੈਨੇਗਲ ਨੇ ਸ਼ਾਇਦ ਸੋਚਿਆ ਹੋਣਾ ਆ ਕਿ ਉਹ ਜੇ ਏਅਰ ਕ੍ਰੈਸ਼ ਦਿਖਾਓਗੇ ਦੈਟ ਵੁੱਡ ਬੀ ਅ ਫਾਈਨਲ ਬੌਸ ਫਰੰਟੀਅਰ। ਅਤੇ ਉਹੀ ਤਾਂ ਫਰੰਟੀਅਰ ਕੀ ਹੁੰਦਾ ਹੈ? ਬਾਊਂਡਰੀ ਲਾਈਨ ਨੂੰ ਕਹਿ ਦਿੰਦੇ ਆ, ਠੀਕ ਹੈ, ਕਿ ਜਿਹੜੀ ਕਿ ਜਿੱਦਾਂ ਦੋ ਦੇਸ਼ਾਂ ਦੇ ਵਿੱਚ ਇੱਕ ਸਰਹੱਦ ਬਣੀ ਹੁੰਦੀ, ਉਹਨੂੰ ਫਰੰਟੀਅਰ ਕਹਿ ਦਿੰਦੇ ਆ, ਕਿ ਇਹੀ ਤਾਂ ਇੱਕ ਸਰਹੱਦ ਸੀ ਬੌਸ ਦੀ ਲਾਈਫ ਦੇ ਵਿੱਚ। ਅਤੇ ਜੇ ਉਹ ਇਹਨੂੰ ਕ੍ਰੋਸ ਕਰਨਾ ਉਹ ਬਹੁਤ ਮੁਸ਼ਕਿਲ ਸੀ, ਕਿਉਂਕਿ ਇਹ ਕਲੀਅਰ ਨਹੀਂ ਹੈ, ਇਹਦੇ 'ਤੇ ਹਜੇ ਵੀ ਕੰਟਰੋਵਰਸੀ ਹੈ ਕਿ ਐਕਚੁਅਲੀ ਸੁਭਾਸ਼ ਚੰਦਰ ਬੋਸ ਦੀ ਮੌਤ ਉਸ ਜਿਹੜਾ ਕ੍ਰੈਸ਼ ਹੋਇਆ ਸੀਗਾ, ਪਲੇਨ ਕ੍ਰੈਸ਼ ਹੋਇਆ ਸੀ, ਉਹਦੇ 'ਚ ਹੋਈ ਵੀ ਹੈ ਜਾਂ ਨਹੀਂ ਹੋਈ। ਤਾਂ ਇਸ ਕੰਟਰੋਵਰਸੀ ਨੂੰ ਅਵੋਇਡ ਕਰਨਾ ਚਾਹੁੰਦੇ ਸੀਗੇ ਸ਼ਾਮ ਬੈਨੇਗਲ, ਅਤੇ ਉਹਨਾਂ ਨੇ ਇਹ ਚੀਜ਼ ਦਿਖਾਈ ਹੀ ਨਹੀਂ। ਇਸ ਫਾਈਨਲ ਬੌਸ ਫਰੰਟੀਅਰ ਜਿਹੜੀ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਇਹ ਸਰਹੱਦ ਸੀ ਬੌਸ ਦੀ, ਉਹਨੂੰ ਉਹਨਾਂ ਨੇ ਪਾਰ ਹੀ ਨਹੀਂ ਕੀਤਾ। A pity because it might have helped end this silly controversy over his death and bring some sense to my fellow Bengalis who are agitating against the film। ਤੇ ਕਹਿੰਦੇ ਜਦੋਂ ਇਹ ਜੇ ਦਿਖਾ ਦਿੰਦੇ ਤਾਂ ਸ਼ਾਇਦ ਇਹ ਜਿਹੜੀ ਸਿਲੀ ਕੰਟਰੋਵਰਸੀ ਉਹਨਾਂ ਦੀ ਡੈਥ ਨੂੰ ਲੈ ਕੇ ਹੈਗੀ ਆ, ਉਹ ਸ਼ਾਇਦ ਇਸ ਚੀਜ਼ ਨੂੰ ਖ਼ਤਮ ਕਰਨ 'ਚੋਂ ਹੈਲਪ ਕਰਦੇ ਹੈ ਨਾ, ਖ਼ਤਮ ਹੋ ਜਾਂਦੀ ਕੰਟਰੋਵਰਸੀ। ਅਤੇ ਜਿਹੜੇ ਮੇਰੇ ਫੈਲੋ ਬੰਗਾਲੀਜ਼ ਹੈ, ਕਿਉਂਕਿ ਮਹੀਰ ਬੌਸ ਹੈ ਸਾਡੇ ਇਸ ਚੈਪਟਰ ਦੇ ਰਾਈਟਰ, ਤਾਂ ਮਹੀਰ ਬੌਸ ਵੀ ਕੌਣ ਹੈ? ਬੰਗਾਲੀ ਹੈ। ਤਾਂ ਉਹ ਤਾਂ ਹੀ ਆਪ ਕਹਿ ਰਹੇ ਆ ਕਿ ਮਾਈ ਫੈਲੋ ਬੰਗਾਲੀਜ਼ ਮਤਲਬ ਜਿਹੜੇ ਕਿ ਮੇਰੇ ਨਾਲ ਦੇ, ਜਿੱਦਾਂ ਆਪਾਂ ਕਹੀਏ ਫੈਲੋ ਪੰਜਾਬੀਜ਼, ਜਿਹੜੇ ਮੇਰੇ ਨਾਲ ਦੇ ਪੰਜਾਬੀ ਹੋਣ, ਤਾਂ ਉਹਨਾਂ ਦੇ ਜਿਹੜੇ ਨਾਲ ਦੇ ਬੰਗਾਲੀ ਦੇ ਲੋਕ ਹੈਗੇ ਆ, ਉਹਨਾਂ ਨੂੰ ਵੀ ਬ੍ਰਿੰਗ ਸਮ ਸੈਂਸ ਟੂ, ਉਹਨਾਂ ਦੇ ਵੀ ਦਿਮਾਗ 'ਚ ਸ਼ਾਇਦ ਕੁਛ ਅਕਲ ਪੈ ਜਾਂਦੀ, ਜਿਹੜੇ ਕਿ ਇਸ ਫਿਲਮ ਦੇ ਅਗੇਂਸਟ ਕੀ ਕਰ ਰਹੇ, ਐਜੀਟੇਟ ਕਰ ਰਹੇ, ਵਿਦਰੋਹ ਕਰ ਰਹੇ ਆ ਕਿ ਫਿਲਮ ਜਿਹੜੀ ਆ ਅੱਛੀ ਨਹੀਂ ਹੈ, ਜਾਂ ਇਹਨੇ ਹਿਸਟਰੀ ਨੂੰ ਇਸ ਤਰ੍ਹਾਂ ਦਿਖਾਇਆ ਗਿਆ ਆ। That a Bengal that producer Subhash Bose should now produce such idiots who call themselves his followers and yet know nothing about his life। The last ਦੇ ਵਿੱਚ
ਮਿਹੀਰ ਬੋਸ ਕੀ ਕਹਿੰਦੇ ਆ, ਇਹ ਉਹ ਬੰਗਾਲ ਹੈ ਜਿਹਨੇ ਸੁਭਾਸ਼ ਚੰਦਰ ਬੋਸ ਵਰਗੇ ਬੇਟੇ ਨੂੰ ਜਨਮ ਦਿੱਤਾ ਸੀਗਾ। ਅਤੇ ਨਾ ਹੁਣ ਬੰਗਾਲ ਦੇ ਵਿੱਚ ਇੱਦਾਂ ਦੇ ਈਡੀਅਟਸ ਪੈਦਾ ਹੋ ਰਹੇ ਆ ਜਿਹੜੇ ਕਿ ਕਹਿੰਦੇ ਤਾਂ ਆਪਣੇ ਆਪ ਨੂੰ ਸੁਭਾਸ਼ ਚੰਦਰ ਬੋਸ ਦੇ ਫੋਲੋਅਰਸ ਹੈ, ਕਿ ਅਸੀਂ ਸੁਭਾਸ਼ ਚੰਦਰ ਬੋਸ ਨੂੰ ਫੋਲੋ ਕਰਦੇ ਹਾਂ, ਅਤੇ ਉਹਨਾਂ ਦੀ ਲਾਈਫ ਦੇ ਬਾਰੇ ਐਕਚੁਅਲੀ ਕੁਛ ਵੀ ਨਹੀਂ ਪਤਾ। ਐਂਡ ਰੇਲ ਅਗੇਂਸਟ ਹੇਅਰ ਮੀਨਸ ਕਿ ਕ੍ਰਿਟੀਸਾਈਜ਼ ਕਰਦੇ, ਵਿਦਰੋਹ ਕਰਦੇ ਆ ਉਹਨਾਂ ਦੀ। ਸ਼ਾਮ ਬੇਨੇਗਲ ਦੀ ਜਿਹੜੀ ਫਿਲਮ ਬਣਾਈ ਹੈ ਸੁਭਾਸ਼ ਚੰਦਰ ਬੋਸ ਦੇ ਉੱਤੇ, ਉਹਨੂੰ ਸਗੋਂ ਕੀ ਕਰ ਰਹੇ ਆ, ਉਹਦੇ ਅਗੇਂਸਟ ਕੀ ਕਰ ਰਹੇ ਆ, ਵਿਦਰੋਹ ਕਰ ਰਹੇ ਆ। shows how far Bengal once the leader of India has degenerated। ਅਤੇ ਇੱਥੋਂ ਹੀ ਕਹਿੰਦੇ ਸਮਝ ਆਉਂਦਾ ਆ ਕਿ ਇਹੀ ਚੀਜ਼ ਉਹਨਾਂ ਦੀ ਜਿਹੜੀ ਕਿ ਉਹ ਲੋਕ ਕਹਿੰਦੇ ਅਸੀਂ ਸੁਭਾਸ਼ ਚੰਦਰ ਬੋਸ ਦੇ ਫੋਲੋਵਰਸ ਹੈ, ਲੇਕਿਨ ਐਕਚੁਅਲੀ ਉਹਨਾਂ ਨੂੰ ਨਹੀਂ ਪਤਾ ਉਹਦੇ ਬਾਰੇ ਕੁਛ ਵੀ। ਅਤੇ ਉਹ ਐਕਚੁਅਲੀ ਜਿਹੜੀ ਬੈਨੇਗਲ ਨੇ ਫਿਲਮ ਬਣਾਈ ਹੈ ਸੁਭਾਸ਼ ਚੰਦਰ ਬੋਸ ਦੇ ਬਾਰੇ, ਉਹਦੇ ਅਗੇਂਸਟ ਕੀ ਕਰ ਰਹੇ ਆ, ਉਹਦੇ ਅਗੇਂਸਟ ਕ੍ਰਿਟੀਸਾਈਜ਼ ਵੀ ਕਰ ਰਹੇ ਆ। ਅਤੇ ਇੱਥੋਂ ਹੀ ਪਤਾ ਚੱਲਦਾ ਆ ਕਿ ਸ਼ੋਜ਼ ਹਾਊ ਫਾਰ ਬੰਗਾਲ ਵਾਂਸ ਦਾ ਲੀਡਰ ਆਫ ਇੰਡੀਆ, ਜਿੱਥੋਂ ਬੰਗਾਲ ਜਿਹੜਾ ਸੀ ਇੱਥੋਂ ਵੱਡੇ ਵੱਡੇ ਲੀਡਰਸ ਨਿਕਲਦੇ ਸੀਗੇ, ਦੇਸ਼ ਜਿਹੜਾ ਸੀ ਬੰਗਾਲ ਦੇ ਥਰੂ ਹੀ ਚੱਲਦਾ ਸੀ। ਹੈਜ਼ ਡੀਜਨਰੇਟਿਡ, ਇਹ ਕਿਸ ਤਰ੍ਹਾਂ ਇਹ ਇਸ ਦੇ ਵਿੱਚ ਗਿਰਾਵਟ ਆ ਚੁੱਕੀ ਹੈ। ਡੀਜਨਰੇਟਿਡ ਮੀਨਸ ਇਹਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਆ ਚੁੱਕੀ ਹੈ। ਦ ਬੈਨੇਗਲ ਫਿਲਮ ਸ਼ੁੱਡ ਡੂ ਮਚ ਟੂ ਰੀਹੈਬਿਲੀਏਟ ਸੁਭਾਸ਼ ਬੋਸ ਬਟ ਹਿਜ਼ ਸੋ ਕਾਲਡ ਫੋਲੋਅਰਸ antics मतलब acts will make you despair means sad of modern Bengal and its fall from grace। ਬੈਨੇਗਲ ਨੇ ਤਾਂ ਕੋਸ਼ਿਸ਼ ਕੀਤੀ ਹੈ ਕਿ ਸੁਭਾਸ਼ ਚੰਦਰ ਬੋਸ ਨੂੰ ਰੀਹੈਬਿਲੀਏਟ ਕਰਨ ਦੀ। ਰੀਹੈਬਿਲੀਏਟ ਕਰਨਾ ਹੁੰਦਾ ਮਤਲਬ ਰੀਸਟੋਰ ਕਰਨਾ, ਉਹਨਾਂ ਦੀ ਇਮੇਜ ਨੂੰ ਦੁਬਾਰਾ ਲੋਕਾਂ ਦੇ ਵਿੱਚ ਰੀਸਟੋਰ ਕਰਨ ਦੀ। ਸੁਭਾਸ਼ ਚੰਦਰ ਬੋਸ ਦੀ ਇਮੇਜ ਨੂੰ ਬੈਨੇਗਲ ਨੇ ਰੀਸਟੋਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਉਹਨਾਂ ਦੇ ਸੋ ਕਾਲਡ ਫੋਲੋਅਰਸ ਜਿਹੜੇ ਕਹਿੰਦੇ ਅਸੀਂ ਸੁਭਾਸ਼ ਚੰਦਰ ਬੋਸ ਨੂੰ ਫੋਲੋ ਕਰਦੇ ਹਾਂ, ਉਹ ਜੋ ਐਕਟਸ ਕਰ ਰਹੇ, ਜੋ ਐਂਟਿਕਸ ਕਰ ਰਹੇ ਆ, ਉਹ ਤੁਹਾਨੂੰ ਦੁਖੀ ਹੀ ਕਰਨਗੇ ਮਾਡਰਨ ਬੰਗਾਲ ਦੇ ਬਾਰੇ, ਕਿ ਕਿਸ ਤਰ੍ਹਾਂ ਜਿਹੜਾ ਬੰਗਾਲ ਹੈ ਇਟਸ ਫਾਲ ਫਰੋਮ ਗ੍ਰੇਸ ਮੀਨਸ ਇਟ ਹੈਜ਼ ਲੋਸਟ ਇਟਸ ਰੈਪੂਟੇਸ਼ਨ ਇਨ ਇੰਡੀਆ। ਕਿ ਉਹ ਜਿਹੜੇ ਲੋਕ ਜਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਆ ਇਸ ਫਿਲਮ ਨੂੰ ਲੈ ਕੇ, ਉਹਦੇ ਤੋਂ ਸਾਨੂੰ ਇਹੀ ਦੁੱਖ ਹੋ ਰਿਹਾ ਹੈ ਕਿ ਜਿਹੜਾ ਮਾਡਰਨ ਬੰਗਾਲ ਹੈ ਉਹ ਕਿਸ ਤਰ੍ਹਾਂ ਆਪਣੀ ਰੈਪੂਟੇਸ਼ਨ ਫਾਲ ਫਰੋਮ ਇਟਸ ਗ੍ਰੇਸ ਮਤਲਬ ਉਹ ਕਿਸ ਤਰ੍ਹਾਂ ਆਪਣੀ ਰੈਪੂਟੇਸ਼ਨ ਜਿਹੜੀ ਹੈ ਗਵਾ ਚੁੱਕਾ ਆ। So that's all about this film. Actually this film this chapter was a review that is written by Mihir Bose about the Benegal's film ਸੁਭਾਸ਼ ਚੰਦਰ ਬੋਸ। ਅਤੇ ਫਿਲਮ ਦਾ ਟਾਈਟਲ ਕੀ ਸੀ, ਦ ਫੋਰਗੋਟਨ ਹੀਰੋ, ਜਿਹਨੂੰ ਕਿ ਅਸੀਂ ਭੁੱਲ ਚੁੱਕੇ ਹਾਂ। ਔਰ ਇਹਦੇ ਬਾਰੇ ਉਹਨਾਂ ਨੇ ਸਾਡੇ ਨਾਲ ਸੁਭਾਸ਼ ਚੰਦਰ ਬੋਸ ਦੀ ਲਾਈਫ ਹਿਸਟਰੀ ਦੇ ਬਾਰੇ ਕਾਫੀ ਕੁਛ ਸਾਡੇ ਨਾਲ ਡਿਸਕਸ ਕੀਤਾ ਆ, ਕਿ ਕਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੀ ਈਵਨ ਪਰਸਨਲ ਲਾਈਫ ਮੈਰਿਜ ਦੇ ਬਾਰੇ ਵੀ ਡਿਸਕਸ ਕੀਤਾ ਆ, ਅਤੇ ਉਹਨਾਂ ਦੀ ਪੋਲੀਟੀਕਲ ਲਾਈਫ ਨੂੰ ਵੀ ਸਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। I hope this is clear to you. Thank you very much.